ਗੁਰੂ ਸਾਹਿਬ ਜੀ। ਤਿਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਬਖਿਆਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੇਸਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਰਾਮ ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਨਹਾਰੇ। ਖੇਦ ਕਰਹਿ ਅਰ ਬਹੁਤ ਸੰਤਾਵਹਿ, ਆਇਓ ਸਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੁੱਟ ਹੈ ਕਤਹੁ ਨਾਹੀ। ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਜੀਤ ਲੈ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਜੀਤ ਲੈ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੇ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੇ ਪਾਵਨ ਹਜ਼ੂਰ ਸਜ ਰਹੇ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ, ਕਥਾ ਵਿਚਾਰਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਵੀ ਜੋ ਬੱਚਿਆਂ ਵੱਲੋਂ ਚੱਲਦੇ ਹੋਏ ਲੜੀਵਾਰ ਇਤਿਹਾਸ ਦੇ ਪ੍ਰਸੰਗ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਸੋ ਆਓ ਕੁਝ ਸਮੇਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਚੱਲਦੀ ਹੋਈ ਲੜੀਵਾਰ ਕਥਾ ਵਿਚਾਰ ਅਨੁਸਾਰ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਮ੍ਰਿਤਮਈ ਸ਼ਬਦ ਦੇ ਉਪਦੇਸ਼ ਨਾਲ ਜੁੜੀਏ। ਪਿਛਲੇ ਸ਼ਬਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਵਚਨ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਸੀ, ਸ਼ਬਦ ਦੀਆਂ ਅਖੀਰੀ ਪੰਕਤੀਆਂ ਸਾਰੇ ਹੀ ਰੋਜ਼ ਪੜ੍ਹਦੇ ਹੋ। ਜੇ ਨਹੀਂ ਪੜ੍ਹਦੇ ਤੇ ਪੜ੍ਹਨੀਆਂ ਚਾਹੀਦੀਆਂ ਨੇ, ਕਿਉਂਕਿ ਸੋਹਲੇ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਨਿਤਨੇਮ ਦੀਆਂ ਬਾਣੀ ਦੇ ਸ਼ਬਦ ਸਨ। ਸੋ ਇੱਥੇ ਕੁਝ ਜਿਵੇਂ ਕਿ ਆਪਾਂ ਸਾਰੀ ਵਿਚਾਰ ਸਾਂਝੀ ਕੀਤੀ ਸੀ ਤੇ ਇਹਨਾਂ ਸ਼ਬਦਾਂ ਦੇ ਪਾਠ ਅੰਤਰ ਕੁਝ ਅੱਖਰਾਂ ਦਾ ਭੇਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਹੈ, ਲੇਕਿਨ ਸਾਫ ਸਿਧਾਂਤ ਉਪਦੇਸ਼ ਉਹੋ ਹੀ ਹੈ। ਇੱਥੇ ਬਚਨ ਆਏ ਸਨ ਅੰਤਰਜਾਮੀ ਪੁਰਖ ਵਿਧਾਤੇ ਸਭ ਦਾ ਮਨ ਕੀ ਪੂਰੇ। ਨਾਨਕ ਦਾਸ ਇਹੀ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਸੋਹਲੇ ਸਾਹਿਬ ਦੇ ਵਿੱਚ ਪੜ੍ਹਨਾ ਹੋਵੇ ਤੇ ਨਾਨਕ ਦਾਸ ਇਹ ਸੁਖ ਮੰਗੈ ਦਾ ਬਚਨ ਆਏਗਾ। ਵਿਸ਼ੇਸ਼ ਕਰਕੇ ਜੇ ਹੋਰ ਬਰੀਕੀ ਵਿੱਚ ਜਾਓਗੇ ਤੇ ਨਾਨਕ ਅੱਖਰ ਜਿਹੜਾ ਇੱਥੇ ਹੈ, ਇਹ ਗੌੜੀ ਰਾਗ ਵਾਲੇ ਸ਼ਬਦ ਦੇ ਨਾਨਕ ਕੱਕੇ ਨੂੰ ਔਂਕੜ ਲੱਗਾ ਹੋਇਆ ਹੈ। ਸੋਹਲੇ ਸਾਹਿਬ ਦੇ ਵਿੱਚ ਜੇ ਨਾਨਕ ਅੱਖਰ ਪੜੋਗੇ ਤਾਂ ਉੱਥੇ ਕੱਕੇ ਨੂੰ ਔਂਕੜ ਨਹੀਂ ਹੈ।
ਭਾਵ ਕਿ ਐਸੇ ਕੁਝ ਅਲੱਗ ਮਾਤਰਾ ਦਾ, ਕੁਝ ਅੱਖਰਾਂ ਦਾ ਮਤਭੇਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਹੈ। ਸ਼ਾਇਦ ਉਹ ਸਾਡੇ ਧਿਆਨ ਗੋਚਰਾ ਕਰਨ ਵਾਸਤੇ ਰੱਖਿਆ, ਕਿਉਂਕਿ ਅੱਖਾਂ ਮੀਟ ਕੇ ਸ਼ਬਦ ਨਾ ਪੜ ਜਾਈਏ ਕਿ ਆਪਣੇ ਆਪ ਵਿੱਚ ਇਹ ਕਹਿ ਕੇ ਸਾਨੂੰ ਤੇ ਜ਼ਬਾਨੀ ਯਾਦ ਨਹੀਂ। ਜਦੋਂ ਬਾਣੀ ਦਾ ਪਾਠ ਪੜ੍ਹਨਾ ਜ਼ਰੂਰ ਉਹ ਅਲੱਗ ਮਾਤਰ ਅੱਖਰਾਂ ਦੀਆਂ ਦਲਾਵਾਂ ਆਦਿ ਜੋ ਔਂਕੜ ਕਲੈਕਟਰ ਹਨ ਉਹਨਾਂ ਨੂੰ ਵੇਖ ਕੇ ਪੜ੍ਹਨ ਦਾ ਯਤਨ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰਕੇ ਕਿ ਹੇ ਪਿਆਰੇ ਪ੍ਰਮਾਤਮਾ, ਸਾਰਿਆਂ ਦੇ ਹਿਰਦਿਆਂ ਦੀ ਜਨ ਵਾਲੇ ਪੁਰਖ ਰੂਪ ਖਬਰ ਦਾਤਾ ਵਿਧਾਤਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਮਨ ਦੀ ਸ਼ਰਧਾ ਵੀ ਪੂਰੀ ਕਰ ਦਿਓ, ਮੇਰੇ ਮਨ ਦੀ ਭਾਵਨਾ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ। ਕੀ ਹੈ ਨਾਨਕ ਦਾਸ ਇਹੀ ਸੁਖ ਮੰਗੈ, ਇਹੋ ਹੀ ਸੁਖ, ਇਹੋ ਹੀ ਆਸ ਤੁਹਾਡੇ ਚਰਨਾਂ ਵਿੱਚੋਂ ਮੰਗਦਾ ਹਾਂ। ਮੋਕੋ ਕਰ ਸੰਤਨ ਕੀ ਧੂੜੇ, ਜਿਹੜੇ ਤੇਰੇ ਸੰਤ ਜਨ ਹਨ, ਜਿਹੜੇ ਤੇਰੇ ਪਿਆਰੇ ਹਨ, ਜਿਨ੍ਹਾਂ ਨੂੰ ਭਗਤ ਕਹਿ ਲਈਏ, ਬ੍ਰਹਮ ਗਿਆਨੀ ਕਹਿ ਲਈਏ, ਗੁਰਮੁਖ ਕਹਿ ਲਈਏ, ਜਨ ਕਹਿ ਲਈਏ, ਸੇਵਕ ਕਹਿ ਲਈਏ, ਸੋ ਸੰਤ ਕਹਿ ਲਈਏ, ਕੋਈ ਫਰਕ ਨਹੀਂ। ਸੋ ਇਸ ਪ੍ਰਕਾਰ ਉਹਨਾਂ ਆਪਣੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਲਾ ਮੈਨੂੰ, ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਣਾ ਕਰ, ਮੇਰੇ ਮਨ ਦੀ ਨਿਰਮਾਨਤਾ ਬਣ ਜਾਏ। ਮੈਂ ਨੀਵੇਂ ਹੋ ਕਰਕੇ ਹਿਰਦੇ ਦੀ ਨਿਰਮਾਨਤਾ ਨਾਲ ਜੀਵਨਾ ਸਿੱਖ ਜਾਵਾਂ ਗੁਰਮਤਿ ਦੇ ਆਧਾਰਤ। ਇਹ ਕਿਰਪਾ ਕਰੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਉਹਨਾਂ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਲੈਣਾ ਕਰੋ। ਇਸ ਪ੍ਰਕਾਰ ਇਹਨਾਂ ਪਵਿੱਤਰ ਬਚਨਾਂ ਨੂੰ ਆਪਾਂ ਪਿਛਲੇ ਦੀਵਾਰ ਵਿੱਚ ਪਿਛਲੇ ਸ਼ਬਦ ਦੀ ਵਿਚਾਰ ਵਿਸਰਣ ਕੀਤਾ। ਅੱਜ ਵਾਲੇ ਦੇ ਬਚਨ ਆ ਰਹੇ ਨੇ ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰ ਰਹੇ ਨੇ। ਇਹ ਸ਼ਬਦ ਤੋਂ ਪਹਿਲਾਂ ਮਾਨੋ ਕੁਝ ਗੁਰਸਿੱਖਾਂ ਨੇ ਸੰਗਤੀ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਦੁਨੀਆਦਾਰੀ ਦੇ ਇਸ ਜਿਉਂਦੇ ਜੀਵਨ ਵਿੱਚ ਇਹਦੇ ਭਲੇ ਵਾਸਤੇ, ਇਹਦੇ ਸੁਧਾਰ ਵਾਸਤੇ ਕਿਹੜਾ ਰਾਹ ਹੈ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਕਿਹੜੇ ਰੂਪ ਦੇ ਵਿੱਚ ਸਾਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ। ਸਿੱਖ ਸੰਗਤਾਂ ਦੀ, ਕੁਝ ਗੁਰਸਿੱਖਾਂ ਦੀ, ਜਿਗਿਆਸੂ ਜਨਾਂ ਦੀ ਇਹ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸ਼ਬਦ ਦੁਆਰਾ ਸਾਨੂੰ ਆਪਣੇ ਆਪ ਦੀ ਅਸਲੀਅਤ ਆਪਣੇ ਸਾਹਮਣੇ ਲਿਆ ਕੇ ਤੇ ਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਬੇਨਤੀਆਂ ਕਰਨ ਦੀ ਇਜਾਜ਼ਤ ਸਿਖਾ ਰਹੇ ਨੇ। ਰਾਖ ਪਿਤਾ ਪ੍ਰਭ ਮੇਰੇ, ਬਾਣੀ ਦੇ ਬਚਨਾਂ ਰਾਹੀਂ ਬੜੀ ਵਾਰ ਪੜਿਆ ਹੋਏਗਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਅੰਦਰ ਉੱਤਰ ਹਕੀਕਤ ਵਿੱਚ ਇਹ ਮੰਨ ਕੇ ਤੁਰ, ਆਪਣੇ ਮਨ ਦੇ ਉੱਤੇ ਇਸ ਗੱਲ ਨੂੰ ਸਵੀਕਾਰ ਕਰਕੇ ਚੱਲ ਕੇ ਪਰਮੇਸ਼ਰ ਵਾਹਿਗੁਰੂ ਸਾਡਾ ਮਾਤਾ ਵੀ ਹੈ, ਪਰਮੇਸ਼ਰ ਵਾਹਿਗੁਰੂ ਸਾਡੀ ਮਾਂ ਤੇ ਪਿਓ ਵੀ, ਉਹ ਮਾਤਾ ਵਰਗਾ ਹੈ, ਉਹ ਪਿਤਾ ਵਰਗਾ ਹੈ। ਇਸ ਕਰਕੇ ਇਸ ਅੱਜ ਵਾਲੇ ਸ਼ਬਦ ਵਿੱਚ ਉਸ ਪ੍ਰਮਾਤਮਾ ਨੂੰ ਪਿਤਾ ਰੂਪ ਸੰਬੋਧਨ ਹੋ ਕੇ ਬੇਨਤੀ ਕੀਤੀ ਜਾ ਰਹੀ ਹੈ। ਮੇਰੇ ਪਿਤਾ ਰੂਪ ਪ੍ਰਮਾਤਮਾ ਜੀ, ਮੇਰੇ ਹੀ ਨਹੀਂ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। हे ਮੇਰੇ ਮਾਲਕ ਪ੍ਰਮਾਤਮਾ, ਕਾਇਨਾਤ ਦੇ ਜੀਵ ਜੰਤੂ ਕੱਲੇ ਮਨੁੱਖ ਹੀ ਨਹੀਂ, ਜਿੰਨੇ ਵੀ ਜੀਵ ਜੰਤੂ ਨੇ, ਇਥੋਂ ਤੱਕ ਜਿਹੜੀਆਂ ਕੁਝ ਜੂਨਾਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਉਹ ਵੀ, ਤੇ ਕੁਝ ਐਸੀਆਂ ਜੂਨਾਂ ਨੇ ਵਿਚਾਰੀਆਂ ਜਿਹੜੀਆਂ ਜੂਨਾਂ ਦੇ ਜੀਵ ਜੰਤੂਆਂ ਨੂੰ ਵੇਖਣ ਤੱਕ ਵਾਸਤੇ ਸਾਡੀ ਇਹਨਾਂ ਅੱਖਾਂ ਦੀ ਸਮਰੱਥਾ ਵੀ ਨਹੀਂ। ਕਈ ਹੋਰ ਐਸੇ ਸਾਧਨ ਲੈ ਕੇ ਉਹ ਜੀਵ ਜੰਤੂਆਂ ਨੂੰ ਸਾਨੂੰ ਵੇਖਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਥੋਂ ਤੱਕ ਦੇ ਉਹ ਨਿੱਕੇ ਤੋਂ ਨਿੱਕੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਜਿੰਨੇ ਵੀ ਜੀਵ ਜੰਤੂ, ਜਿੰਨੀ ਵੀ ਕਾਇਨਾਤ ਹੈ, ਜਿੰਨੀ ਵੀ ਸ੍ਰਿਸ਼ਟੀ ਹੈ, ਉਹ ਸਭ ਦੇ ਤੁਸੀਂ ਪਿਤਾ ਹੋ, ਤੁਸੀਂ ਸਭ ਦੇ ਪਿਤਾ ਰੂਪ ਹੋ। ਇਸ ਕਰਕੇ ਇਹ ਮੇਰੇ ਸਮਰੱਥ ਮਾਲਕ ਪਿਤਾ ਪ੍ਰਮਾਤਮਾ ਜੀ, ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਜਿਵੇਂ ਬਚਨ ਆਉਂਦੇ ਨੇ ਨਾ ਵੀ ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ। ਜਿਸ ਵੇਲੇ ਆਮ ਤੌਰ ਤੇ ਇੱਕ ਮੁਹਾਵਰਾ ਸੀ ਵੀ ਜਦੋਂ ਕਿਤੇ ਬਹੁਤ ਭੀੜ ਬਣ ਜਾਏ, ਬਹੁਤ ਦੁੱਖ ਬਣ ਜਾਏ, ਬਹੁਤ ਮੁਸੀਬਤ ਬਣ ਜਾਏ, ਜਦੋਂ ਕੋਈ ਰਾਹ ਨਾ ਲੱਭੇ, ਉਦੋਂ ਮਨੁੱਖ ਆਪਣੀਆਂ ਬਾਹਾਂ ਤਾਂ ਨੂੰ ਉਲਾਰ ਕੇ ਤਰਲੇ ਕਰਦਾ, ਮੈਨੂੰ ਬਚਾਓ, ਮੇਰੀ ਰੱਖਿਆ ਕਰੋ। ਇਸ ਪ੍ਰਕਾਰ ਉਸ ਪ੍ਰਮਾਤਮਾ ਰੂਪ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਹੈ, ਮੇਰੇ ਮਾਲਕ ਪ੍ਰਮਾਤਮਾ, ਮੈਂ ਦੁਨੀਆਦਾਰੀ ਦੀ ਇਸ ਜ਼ਿੰਦਗੀ ਦੇ ਇਸ ਫਲਸਫੇ ਵਿੱਚੋਂ ਮੈਂ ਇੱਕ ਅੱਖਰ ਵਰਤ ਕੇ ਤੁਰਨ ਲੱਗਾ ਕਿ ਸੱਚੇ ਪਾਤਸ਼ਾਹ ਮੈਂ ਇਥੋਂ ਅੱਕ ਗਿਆ ਹਾਂ, ਮੈਂ ਥੱਕ ਗਿਆ ਹਾਂ, ਮੇਰੇ ਵੱਸ ਦੀ ਖੇਡ ਨਹੀਂ ਹੈ, ਕਿਰਪਾ ਕਰਕੇ ਤੁਸੀਂ ਮੈਨੂੰ ਬਚਾ ਲਓ, ਤੁਸੀਂ ਮੈਨੂੰ ਰੱਖ ਲਓ। ਕਿਹੜੀ ਚੀਜ਼ ਹੈ ਜਿਹੜੀ ਗੱਲ ਤੋਂ ਇਹ ਗੱਲ ਜਗਿਆਸੂ ਨੇ ਬੇਨਤੀ ਕਰਨੀ, ਗੁਰੂ ਜੀ हे ਪਿਤਾ ਪ੍ਰਮਾਤਮਾ ਜੀ ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਤੇ ਜੇ ਕੋਈ ਅੱਗਿਓਂ ਫਿਰ ਸਵਾਲ ਹੋਵੇ ਕਿ ਜਿਵੇਂ ਕੋਈ ਦੁਨੀਆ ਦੀ ਚੀਜ਼ ਬਾਏ ਕਰਨੀ ਹੈ ਤੇ ਉਹਦੇ ਵਾਸਤੇ ਕੋਈ ਨਾ ਕੁਝ ਆਪਣੇ ਕੋਲੋਂ ਪੇ ਕਰਨਾ ਪੈਂਦਾ,
ਫੇਰ ਹੀ ਕੋਈ ਚੀਜ਼ ਖਰੀਦ ਸਕਾਂਗੇ ਨਾ। ਗੁਰੂ ਸਾਹਿਬਾਂ ਦੇ ਕੋਲੋਂ ਆਪਣੀ ਰਾਖੀ ਮੰਗ ਰਹੇ ਆ, ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰੋ, ਮੇਰੀ ਸਹਾਇਤਾ ਕਰੋ, ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਤੇ ਗੁਰੂ ਸਾਹਿਬ ਜੀ ਜੇ ਪੁੱਛਣ ਵੀ ਕਿਹੜੇ ਗੁਣ ਬਦਲੇ ਤੈਨੂੰ ਰੱਖੀਏ ਭਾਈ, ਕਿਹੜਾ ਗੁਣ ਹੈ ਤੇਰੇ ਕੋਲੇ ਜਿਹੜਾ ਤੂੰ ਕਹੇ ਕਿ ਮੈਂ ਭੇਟਾ ਕਰਦਾ ਗੁਰੂ ਦੇ ਚਰਨਾਂ ਵਿੱਚ ਤੇ ਇਹਦੇ ਬਦਲੇ ਮੇਰੀ ਰਾਖੀ ਕਰੋ। ਤਾਂ ਉਸ ਵੇਲੇ ਜਿਵੇਂ ਕਿ ਬਾਣੀ ਦੇ ਬਚਨ ਆਪਾਂ ਅੱਗੇ ਵੀ ਕਈ ਸਾਂਝੇ ਕੀਤੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਸੁੰਦਰ ਬਚਨਾਂ ਰਾਹੀਂ ਸਾਡੀ ਇਸ ਜੀਵਨ ਯਾਤਰਾ ਨੂੰ ਸੰਭਾਲਣ ਵਾਸਤੇ, ਸਵਾਰਨ ਵਾਸਤੇ, ਸਾਨੂੰ ਚੇਤਾ ਕਰਾਉਣ ਵਾਸਤੇ ਬੜੇ ਸੁੰਦਰ ਬਚਨ ਕੀਤੇ। ਆਪਾਂ ਰੋਜ਼ ਪੜ੍ਹਦੇ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਹ ਸਾਰੀ ਸਮਝ ਹੈ ਜੋ ਸਾਨੂੰ ਗੁਰੂ ਸਾਹਿਬਾਂ ਨੇ ਬਖਸ਼ੀ ਹੈ। ਖੈਰ ਮੈਂ ਇਹਦੀ ਵਿਆਖਿਆ ਵਿੱਚ ਨਹੀਂ ਜਾਣਾ, ਇਹ ਸਾਨੂੰ ਬਖਸ਼ੀ ਦਿੱਤੀ ਹੈ ਵੀ ਇਹ ਸਮਝ ਲੈ, ਇਹ ਮਨੁੱਖ ਜ਼ਿੰਦਗੀ ਐਵੇਂ ਨਹੀਂ ਮਿਲੀ, ਇਹਨੂੰ ਸਮਝ ਕੇ ਚੱਲ, ਇਹਨੂੰ ਸਵਾਰ ਲਾ, ਬੰਦੋਬਸਤ ਕਰ ਲਾ ਕੋਈ ਪ੍ਰਮਾਤਮਾ ਦੀ ਦਰਗਾਹ ਵਿੱਚ ਆਪਣੇ ਭਲੇ ਦਾ, ਆਪਣੀ ਰੂਹ ਕਲਿਆਣ ਦਾ। ਤੇ ਜਿਵੇਂ ਜਿਵੇਂ ਗੁਰੂ ਸਾਹਿਬਾਂ ਦੇ ਇਹਨਾਂ ਬਚਨਾਂ ਦੀ ਸਮਝ ਲੱਗੀ, ਜਿਵੇਂ ਜਿਵੇਂ ਇਹ ਬਚਨਾਂ ਦੇ ਬਖਸ਼ੇ ਹੋਏ ਉਪਦੇਸ਼ ਦੀ ਸਮਝ ਖਾਨੇ ਪਈ, ਉਸੇ ਅਨੁਸਾਰ ਉਹ ਜਗਿਆਸੂ ਚੱਲ ਪਿਆ, ਉਸੇ ਅਨੁਸਾਰ ਕਮਾਈ ਕੀਤੀ, ਸੰਗਤ ਕੀਤੀ, ਸੰਗਤ ਵਿੱਚ ਸਿਮਰਨਾ ਕੀਤਾ, ਇਕੱਲੇ ਬਹਿ ਕੇ ਸਿਮਰਨਾ ਕੀਤਾ, ਬੰਦਗੀ ਸ਼ਬਦ ਵਿੱਚ ਲੀਨ ਹੋ ਗਿਆ। ਤੇ ਫਿਰ ਵੀ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੇ ਕਿਤੇ ਕੋਈ ਪੁੱਛਿਆ ਜਾਏ ਵੀ ਹੁਣ ਕਿਵੇਂ ਅਰਦਾਸ ਕਰੇਗਾ, ਤੂੰ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਕਮਾ ਲਿਆ, ਗੁਰੂ ਸਾਹਿਬਾਂ ਦੇ ਦਿੱਤੇ ਹੋਏ ਇਸ ਉਪਦੇਸ਼ ਨੂੰ ਸਮਝ ਲਿਆ ਵੀ ਮਨੁੱਖ ਜ਼ਿੰਦਗੀ ਬੜੀ ਵਿਸ਼ੇਸ਼ ਹੈ, ਇਹਨੂੰ ਸਤ ਸੰਗਤ ਰਾਹੀਂ ਹੀ ਸਵਾਰਿਆ ਜਾ ਸਕਦਾ ਹੈ। ਸਤ ਸੰਗਤ ਤੋਂ ਛੁੱਟ ਕੇ, ਸਤ ਸੰਗਤ ਤੋਂ ਟੁੱਟ ਕੇ ਦੂਰ ਵਸਦਾ ਹੋਇਆ ਜਿੰਨੇ ਮਰਜ਼ੀ ਵੀ ਦੁਨੀਆ ਦੇ ਦਮਗਜੇ ਆਪਣੀਆਂ ਕਾਮਯਾਬੀਆਂ ਦੇ ਝੰਡੇ ਚਲਾ ਲਾ, ਲੇਕਿਨ ਮਨੁੱਖ ਜ਼ਿੰਦਗੀ ਦੀ ਬਾਜੀ ਫੇਲ ਹੋ ਕੇ ਜਾਵੇਗਾ ਜੇ ਸਤ ਸੰਗਤ ਤੋਂ ਟੁੱਟ ਗਿਆ। ਸਮਝ ਆ ਗਈ? ਸਮਝ ਆ ਗਈ? ਸਮਝ ਕੇ ਸਭ ਕੁਝ ਕਮਾ ਵੀ ਲਿਆ, ਤੇ ਜਦੋਂ ਇਹ ਗੱਲ ਕਮਾ ਲਈ ਫਿਰ ਗੁਰੂ ਸਾਹਿਬ ਪੁੱਛਣ ਵੀ ਹੁਣ ਅਰਦਾਸ ਕਿਵੇਂ ਕਰਨੀ ਹੋ, ਫਿਰ ਉੱਥੇ ਬੰਦਾ ਇਹ ਦੱਸੇਗਾ ਵੀ ਮਹਾਰਾਜ ਮੈਨੂੰ ਤੇ ਐਵੇਂ ਸਮਝ ਲੱਗ ਗਈ ਏ, ਮੈਂ ਤਾਂ ਆ ਸਭ ਕੁਝ ਸਮਝ ਕੇ ਕਮਾਉਣ ਲੱਗ ਪਿਆ ਹਾਂ, ਮੈਂ ਤੇ ਇਹ ਕਮਾਈ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ। ਉਸ ਵੇਲੇ ਫਿਰ ਆਪਣੇ ਇਹਨਾਂ ਗੁਣਾਂ ਦੀ ਗਿਣਤੀ ਕਰ ਕਰਕੇ ਅਰਦਾਸਾਂ ਕਰਕੇ ਦੱਸੇਗਾ ਗੁਰੂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਰਹਾਓ ਵਿਸਰਾਮ ਉਪਦੇਸ਼ ਦੇ ਕੇ ਕਹਿੰਦੇ ਨੇ ਅੱਗੇ, ਫਿਰ ਉੱਥੇ ਜਾ ਦੱਸਦੇ ਨੇ ਵੀ ਅਰਦਾਸ ਕਿਵੇਂ ਕਰਨੀ ਹੈ। ਕਮਾ ਲਿਆ ਹੈ, ਜੀਵਨ ਸੁਧਾਰ ਲਿਆ ਹੈ, ਗੁਰੂ ਦੇ ਆਖੇ ਹੋ ਕੇ ਚੱਲ ਪਿਆ ਹੈ, ਗੁਰੂ ਦੇ ਕਹਿਣੇ ਵਿੱਚ ਚੱਲਦਾ, ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ ਨਾਮ ਤੇ ਆਵੈ, ਉਹ ਸਾਰੀ ਸਿੱਖਿਆ ਨੂੰ ਮੰਨ ਕੇ ਤੁਰਦਾ ਹੈ। ਪਰ ਉਹਦੇ ਤੋਂ ਬਾਅਦ ਜੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਤੇ ਅਰਦਾਸ ਫਿਰ ਇਹੋ ਹੀ ਹੋਣੀ ਚਾਹੀਦੀ ਹੈ ਵੀ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਵਾ। ਸੱਚੇ ਪਾਤਸ਼ਾਹ ਮੇਰੇ ਵਰਗਾ ਨੀਵਾਂ, ਮੇਰੇ ਵਰਗਾ ਨੀਚ ਤੇ ਹੈ ਹੀ ਕੋਈ ਨਹੀਂ। ਦੁਨੀਆ ਵੇਖਦੀ ਹੋਏਗੀ ਮੇਰੇ ਲਿਬਾਸ ਨੂੰ, ਦੁਨੀਆ ਵੇਖਦੀ ਹੋਵੇਗੀ ਮੇਰੇ ਪਹਿਰਾਵੇ ਨੂੰ, ਦੁਨੀਆ ਵੇਖਦੀ ਹੋਵੇਗੀ ਜਿਹੜੀ ਕੁਝ ਮੈਂ ਦੁਨੀਆ ਨਾਲ ਡੀਲ ਕਰਦਾ ਵਾਂ, ਸੱਚੇ ਪਾਤਸ਼ਾਹ ਉਹ ਦਿਖਾਵਾ ਮੇਰਾ ਹੋ ਰਿਹਾ, ਪਰ ਅੰਦਰੀਵ ਮੈਂ ਅੰਦਰ ਖਾਤੇ ਜਿਹੜੀ ਅਸਲੀਅਤ ਆਪਣੀ ਜ਼ਿੰਦਗੀ ਜਿਉਣਾ ਵਾਂ ਉਹ ਨੀਚ ਆ, ਉਹ ਡਿੱਗਾ ਹੋਇਆ ਵਾਂ, ਉਹ ਥਿੜਕਿਆ ਹੋਇਆ ਵਾਂ ਤੇਰੇ ਮਾਰਗ ਤੋਂ। ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਪਏ ਹੋਏ ਨੂੰ, ਮੇਰੇ ਕੋਲੇ ਗੁਣ ਕੋਈ ਨਹੀਂ। ਅੱਜ ਵਾਲੇ ਸ਼ਬਦ ਵਿੱਚ ਵੀ ਇਹ ਬਚਨ ਆ ਰਿਹਾ ਨਾ, ਮੈਂ ਤਾਂ ਕਰਕੇ ਥੋੜਾ ਜਿਹਾ ਸਾਂਝ ਪਾਈ ਏ। ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ, ਮੇਰੇ ਪਿਤਾ ਸਤਿਗੁਰੂ ਪਰਮੇਸ਼ਰ ਜੀ ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਤੇ ਜੇ ਮਹਾਰਾਜ ਨੇ ਪੁੱਛਿਆ ਵੀ ਕਿਹੜੇ ਗੁਣ ਬਦਲੇ, ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਮੋਹੇ ਨਿਰਗੁਣ। ਨਿਰਗੁਣ ਦਾ ਅਰਥ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਆ, ਸਾਰੇ ਗੁਣਾਂ ਤੋਂ ਖਾਲੀ ਆ, ਸਾਰੇ ਗੁਣਾਂ ਤੋਂ ਰਹਿਤ ਆ, ਤੇ ਇਕੱਲਾ ਗੁਣਾਂ ਤੋਂ ਰਹਿਤ ਨਹੀਂ ਆ। ਬਾਣੀ ਦੇ ਪਵਿੱਤਰ ਬਚਨਾਂ ਰਾਹੀਂ ਹੋਰ ਇਸ ਗੱਲ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ। ਤੇ ਇਹ ਸੱਚੇ ਪਾਤਸ਼ਾਹ ਤੇਰੇ ਅੱਗੇ ਹੱਥ ਜੋੜ ਕੇ ਅਰਦਾਸ ਆ, ਮੈਂ ਇਕੱਲਾ ਇਹ ਕਹਿ ਕੇ ਲੰਘ ਜਾਵਾਂ ਕਿ ਮੇਰੇ ਕੋਲੇ ਗੁਣ ਕੋਈ ਨਹੀਂ ਆ ਤੇ ਤਾਂ ਵੀ ਮੇਰੀ ਖਲਾਸੀ ਨਹੀਂ ਹੋਣੀ। ਮਹਾਰਾਜ ਸੱਚੇ ਪਾਤਸ਼ਾਹ ਜੇ ਪੁੱਛਣ ਫਿਰ ਕਹਿਣਾ ਕੀ ਚਾਹੁੰਨਾ, ਤੇ ਸੱਚੇ ਪਾਤਸ਼ਾਹ ਜੀ ਇੰਨੇ ਨਾਲ ਮੇਰਾ ਸਰਨਾ ਨਹੀਂ ਕਿ ਮੈਂ ਕਹਿ ਦਵਾਂ ਮੇਰੇ ਚ ਤੇ ਗੁਣ ਕੋਈ ਨਹੀਂ ਆ। ਇਨ ਆਫਨੀ ਆ ਤੁਹਾਡੀ ਬੋਲੀ ਅਨੁਸਾਰ, ਇੰਨਾ ਪੂਰਾ ਨਹੀਂ ਆ। ਹੋਰ ਕੀ ਕਹਿਣਾ ਚਾਹੁੰਦੇ ਹੋ? ਤੇ ਬਾਣੀ ਦੇ ਬਚਨ ਆਉਂਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦਾਤਾ ਜੀ ਮੈਂ ਇੰਨਾ ਕਹਿ ਕੇ ਲੰਘ ਜਾਵਾਂ ਨਾ ਵੀ ਮੇਰੇ ਕੋਲੇ ਗੁਣ ਕੋਈ ਨਹੀਂ ਆ ਤੇ ਇਨਫ ਨਹੀਂ ਆ, ਕਿਉਂਕਿ ਇਹਦੇ ਉਲਟ ਮੈਂ ਤੇ ਔਗੁਣਾਂ ਦਾ ਭਰਿਆ ਹੋਇਆ ਵਾਂ, ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ ਵਾਂ।
ਬਚਨ ਆ ਰਹੇ ਨੇ ਨਾ, ਪਰ ਭੱਟ ਜਨਾਂ ਦੀ ਰਸਨਾ ਤੋਂ ਉਚਾਰੇ ਹੋਏ ਬਚਨ ਬੜੀ ਵਾਰ ਪੜ੍ਹੇ ਸੁਣੇ ਆ, ਬਹੁਤਿਆਂ ਨੂੰ ਜ਼ੁਬਾਨੀ ਯਾਦ ਨੇ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ। ਪਰ ਹਕੀਕਤ ਇਹ ਹੈ, ਮੈਂ ਫਿਰ ਉਹ ਅੱਖਰ ਵਰਤ ਕੇ ਤੁਰਾਂਗਾ ਵੀ ਇਹਨਾਂ ਅੱਖਰਾਂ ਨੂੰ ਪੜ੍ਹ ਕੇ ਲੰਘ ਜਾਣਾ ਇਨਾਫ ਨਹੀਂ ਆ, ਅੱਖਰਾਂ ਨੂੰ ਪੜ੍ਹ ਕੇ ਲੰਘ ਜਾਣਾ ਪੂਰਾ ਨਹੀਂ ਆ। ਇਹਨਾਂ ਅੱਖਰਾਂ ਨੂੰ ਆਪਣੇ ਅੰਦਰ ਲੈ ਕੇ ਜਾਣਾ ਵੀ ਮੈਂ ਵਾਕਿਆ ਹੀ ਆ, ਮੈਂ ਔਗੁਣਾਂ ਦਾ ਭਰਿਆ ਹੋਇਆ ਆ। ਜਿਵੇਂ ਸਮੁੰਦਰ ਪਾਣੀਆਂ ਨਾਲ ਭਰੇ ਹੋਏ ਨੇ ਸੱਚੇ ਪਾਤਸ਼ਾਹ, ਮੇਰੇ ਅੰਦਰ ਗੁਨਾਹ ਭਰੇ ਹੋਏ ਨੇ, ਮੇਰੇ ਅੰਦਰ ਔਗੁਣ ਭਰੇ ਹੋਏ ਨੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ। ਸੱਚੇ ਪਾਤਸ਼ਾਹ ਮੈਂ ਤੇ ਅੰਦਰੋਂ ਅੱਗ ਵਾਂਗ ਤਪਿਆ ਹੋਇਆ। ਹੁਣ ਜਿਵੇਂ ਅੱਗ ਬਲਦੀ ਹੈ ਤੇ ਅੱਗ ਦੇ ਬਲਦੀ ਹੋਈ ਨੂੰ ਵੇਖ ਕਰਕੇ ਕੋਈ ਕਹੇ ਵੀ ਇਹ ਤੇ ਠੰਡੀ ਆ, ਠੰਡੀ ਨਹੀਂ ਹੋ ਸਕਦੀ ਅੱਗ, ਅੱਗ ਤੇ ਤਪਦੀ ਹੋਈ ਹੈ। ਤੇ ਜਿਹੜੀ ਚੀਜ਼ ਵੀ ਉਸ ਅੱਗ ਦੇ ਲਾਗੇ ਰੱਖਦੀ ਹੈ, ਕੋਈ ਲੀੜਾ ਕੋਈ ਕੱਪੜਾ ਆਪਣਾ ਹੱਥ ਪੈਰ, ਉਹਨੂੰ ਵੀ ਤਪਾਏਗੀ, ਉਹਨੂੰ ਵੀ ਸਾੜੇਗੀ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਕਾਤੀ ਦਾ ਅਰਥ ਹੈ ਆਰੀ, ਕਟਾਰੀ। ਸੱਚੇ ਪਾਤਸ਼ਾਹ ਮੇਰੇ ਅੰਦਰ ਤੇ ਤ੍ਰਿਸ਼ਨਾ ਦੀ, ਲੋਭ ਦੀ, ਲਾਲਚ ਦੀ, ਈਰਖਾ ਦੀ ਅੱਗ ਦੇ ਭਾਂਬੜ ਪਏ ਮਚਦੇ ਨੇ। ਤੇ ਇੱਥੇ ਹੀ ਬਸ ਨਹੀਂ, ਭੀਤਰ ਵਗਾ ਕਾਤੀ, ਇਸ ਈਰਖਾ ਦੀ ਅੱਗ ਵਾਲੀ ਇਸ ਦਲਦਲ ਦੇ ਵਿੱਚ ਸੱਚੇ ਪਾਤਸ਼ਾਹ ਬੜੀ ਭੈੜੀ ਮੇਰੇ ਅੰਦਰ ਬਿਮਾਰੀ, ਮਾਨੋ ਇਹ ਈਰਖਾ ਵੈਰ ਵਿਰੋਧ ਦੀਆਂ ਆਰੀਆਂ ਚੱਲ ਰਹੀਆਂ ਨੇ, ਕਟਾਰੀਆਂ ਚੱਲ ਰਹੀਆਂ ਨੇ ਅੰਦਰ। ਮੈਂ ਤੇ ਕਿਸੇ ਨੂੰ ਵੇਖ ਕੇ ਆਪਣਾ ਬਣਾਉਂਦਾ ਹੀ ਨਹੀਂ, ਕਹਿਣ ਵਾਸਤੇ ਮਮੋ ਠਗਣੀਆਂ ਗੱਲਾਂ ਬੜੀਆਂ ਕਰ ਲੈਣਾ, ਪਰ ਕਦੇ ਵੀ ਕਿਸੇ ਨੂੰ ਆਪਣਾ ਬਣਾਇਆ ਹੀ ਨਹੀਂ। ਮੈਂ ਤੇ ਦੁਸ਼ਮਣੀਆਂ ਲੈ ਕੇ, ਮੈਂ ਤੇ ਵੈਰ ਬਣਾ ਕੇ ਦੁਨੀਆ ਦੀ ਜ਼ਿੰਦਗੀ ਜਿਉਣਾ ਸਿੱਖ ਚੁੱਕਾ ਹਾਂ। ਇਸ ਕਰਕੇ ਇੱਥੇ ਬਚਨ ਨੇ ਮੋਹੇ ਨਿਰਗੁਣ। ਸੱਚੇ ਪਾਤਸ਼ਾਹ ਮੈਂ ਗੁਣਾ ਤੋਂ ਖਾਲੀ ਆ। ਤੇ ਜੇ ਕੋਈ ਵੇਖ ਕੇ ਕਹਿ ਵੀ ਦਵੇ ਨਾ, ਨਹੀਂ ਨਹੀਂ ਬੱਲੇ ਬੱਲੇ, ਤੇਰੇ ਵੱਲ ਵੇਖ ਕੇ ਤੇ ਲੱਗਦਾ ਵੀ ਤੇਰੇ ਕੋਲੇ ਗੁਣ ਹੈਗੇ ਆ, ਤੇਰੀ ਬੋਲੀ ਬੜੀ ਮਿੱਠੀ ਆ, ਜਦੋਂ ਤੂੰ ਇੱਕ ਦੂਜੇ ਨੂੰ ਮਿਲਦਾ ਵਾ, ਤੇਰੀ ਡੀਲ ਜਿਹੜੀ ਇੱਕ ਦੂਜੇ ਨਾਲ ਕਰਦਾ ਆ, ਕਦੇ ਕਿਸੇ ਦੇ ਨਾਲ ਧੋਖਾ ਨਹੀਂ ਕਰਦਾ, ਇਹ ਤੇ ਸਾਰਾ ਕੁਝ ਸਾਨੂੰ ਦਿਖਦਾ ਹੀ ਆ ਨਾ, ਬੰਦਾ ਕੌਣ ਕਿਹੋ ਜਿਹਾ ਵਿਹਾਰ ਕਰਦਾ। ਤੇ ਉੱਥੇ ਫਿਰ ਮੁੜ ਕੇ ਬਚਨ ਆ ਰਹੇ ਨੇ, ਸਭ ਗੁਣ ਤੇਰੇ। हे ਸੱਚੇ ਪਾਤਸ਼ਾਹ, ਜੇ ਇਹ ਕੋਈ ਚੰਗਾ ਗੁਣ ਤੂੰ ਮੈਨੂੰ ਦਿੱਤਾ ਵੀ ਆ ਨਾ, ਤੇ ਤੇਰਾ ਦਿੱਤਾ ਗੁਣ ਆ, ਮੇਰਾ ਨਹੀਂ ਹੈਗਾ। ਇਹ ਗੁਣ ਦਾ ਵੀ ਮੈਂ ਇਹ ਕਹਿ ਕੇ ਮਾਣ ਕਰਾਂ ਵੀ ਇਹ ਗੁਣ ਮੇਰੇ ਨੇ, ਨਹੀਂ ਮੇਰੇ ਨਹੀਂ ਆ, ਮੈਂ ਗੁਣਾ ਤੋਂ ਖਾਲੀ ਆ। ਜੇ ਕੋਈ ਸਤ ਸੰਤੋਖ ਵਰਗਾ ਗੁਣ ਮੇਰੇ 'ਚ ਦਿਸਦਾ ਵੀ ਆ ਨਾ, ਤੇ ਸੱਚੇ ਪਾਤਸ਼ਾਹ ਤੇਰਾ ਦਿੱਤਾ ਆ, ਇਹ ਤੇਰੇ ਬਖਸ਼ੇ ਹੋਏ ਗੁਣ ਨੇ, ਜੇ ਕਿਤੇ ਮੇਰੇ 'ਚ ਚੰਗਾ ਕੋਈ ਗੁਣ ਹੈਗਾ ਆ। ਇਹ ਰਹਾਉ ਦੀਆਂ ਪੰਕਤੀਆਂ ਨੇ ਸਾਧ ਸੰਗਤ ਜੀ, ਇਸ ਸ਼ਬਦ ਦੇ ਆਰੰਭਤਾ ਦੀਆਂ। ਰਹਾਉ ਵਿਸਰਾਮ ਦੇ ਕੇ ਬਚਨ ਹੋ ਰਹੇ ਨੇ। ਫਿਰ ਆਪਾਂ ਆਰੰਭਤਾ ਵਾਲੀ ਪੰਕਤੀ ਨੂੰ ਥੋੜਾ ਜਿਹਾ ਚੇਤੇ ਕਰਕੇ ਚੱਲੀਏ। ਫਿਰ ਆਖ ਪਿਤਾ ਪ੍ਰਭ ਮੇਰੇ, ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਤੁਸੀਂ ਮੇਰੇ ਪਿਤਾ ਸਮਾਨ ਹੋ, ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਤੇ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨਹੁ ਲੀਆ ਉਬਾਰੀ। ਜਦੋਂ ਆਪਣੀਆਂ ਬਾਹਾਂ ਉੱਚੀਆਂ ਕਰ ਕਰਕੇ, ਉਲਾਰ ਕਰਕੇ ਮੈਂ ਆਪਣੇ ਆਪ ਦੀ ਅਸਮਰੱਥਾ ਪ੍ਰਗਟਾ ਕੇ ਕਿ ਮਹਾਰਾਜ ਮੇਰੇ 'ਚ ਤਾਕਤ ਨਹੀਂ ਰਹੀ ਬਚਣ ਦੀ, ਮੇਰੇ 'ਚ ਤਾਕਤ ਨਹੀਂ, ਮੇਰੀ ਆਪਣੀ ਰਾਖੀ ਮੈਂ ਕਰ ਲਵਾਂ, ਹੁਣ ਤੁਸੀਂ ਮੈਨੂੰ ਬਚਾਓ। ਤੇ ਸੱਚੇ ਪਾਤਸ਼ਾਹ ਜੀ ਨੇ ਹੁਣ ਪੁੱਛਿਆ ਹੀ ਹੋਏਗਾ ਨਾ, ਅਗਲਾ ਸਵਾਲ ਜਗਿਆਸੂ ਨੂੰ ਪੁੱਛਣਾ ਹੀ ਹੋਏਗਾ ਨਾ ਵੀ ਕਿਹੜੀ ਗੱਲ ਤੋਂ ਡਰਦਾ ਪਿਆ, ਤੇਰੇ ਦੁਸ਼ਮਣ ਬਹੁਤੇ ਵੱਧ ਗਏ ਨੇ, ਤੇਰੇ ਕੋਲੇ ਖਾਣ ਲਈ ਭੋਜਨ ਨਹੀਂ ਹੈਗਾ, ਤੇਰੇ ਕੋਲੇ ਪਹਿਨਣ ਲਈ ਕੱਪੜਾ ਨਹੀਂ ਹੈਗਾ, ਤੇਰੇ ਕੋਲ ਰਹਿਣ ਲਈ ਘਰ ਨਹੀਂ ਹੈਗਾ, ਕਿ ਜਾਂ ਤੇਰੇ ਘਰ ਦੇ ਵਿੱਚ ਕੋਈ ਤੇਰੇ ਘਰ ਦਾ ਸਮਾਨ ਚੁੱਕ ਕੇ ਚੋਰੀ ਕਰਕੇ ਤੇਰੇ ਸਾਹਮਣੇ ਤੁਰਿਆ। ਮਤਲਬ ਕਿਹੜੀ ਗੱਲ ਤੋਂ ਪੁਕਾਰਾਂ ਕਰਦਾ, ਕਿਹੜੀ ਗੱਲ ਤੋਂ ਡਰਿਆ ਹੋਇਆ ਜਿਹਦੇ ਵਿੱਚ ਕਹਿ ਰਿਹਾ ਵੀ ਸੱਚੇ ਪਾਤਸ਼ਾਹ ਮੇਰੀ ਰਾਖੀ ਕਰ, ਮੇਰੀ ਰੱਖਿਆ ਕਰ, ਮੈਨੂੰ ਰੱਖ ਲਾ, ਮੈਨੂੰ ਬਚਾ ਲਾ। ਤੇ ਸਾਧ ਸੰਗਤ ਜੀ ਹੁਣ ਇਸ ਸ਼ਬਦ ਦੇ ਥੋੜਾ ਜਿਹਾ ਥੱਲੇ ਉਤਰ ਜਾਇਓ, ਜਰੂਰ ਆਪਣੇ ਮਨ ਦੀ ਬਿਰਤੀ ਨੂੰ ਲੈ ਕੇ ਆਇਓ। ਮਹਾਰਾਜ ਨੇ ਫਿਰ ਦੱਸਿਆ ਵੀ ਇਹ ਗੱਲ ਦੀ ਬੇਨਤੀ ਕਰਨੀ ਹੈ, ਬਾਹਰਲੇ ਦੁਸ਼ਮਣਾਂ ਦਾ ਤੇ ਆਪੇ ਪਤਾ ਸਾਫ਼ ਹੋ ਜਾਣਾ ਹੈ। ਹਕੀਕਤ ਵਿੱਚ ਜਿਹੜੇ ਤੇਰੇ ਅੰਦਰ ਬੈਠੇ ਦੁਸ਼ਮਣ ਨੇ ਨਾ, ਜਿੱਦਣ ਉਹਨਾਂ ਦੀ ਗੱਲ ਸਮਝ ਤੇਰੇ ਖਾਨੇ ਪੈ ਗਈ ਨਾ, ਬਾਹਰਲੇ ਦੁਸ਼ਮਣ ਆਪਣੇ ਆਪ ਹੀ ਖਤਮ ਹੋ ਜਾਣੇ ਆ। ਫਿਰ ਉਹ ਜਗਿਆਸੂ ਕੀ ਬੇਨਤੀ ਕਰਦਾ ਹੈ? ਮਹਾਰਾਜ ਨੇ, ਮੈਂ ਪਹਿਲਾਂ ਬੇਨਤੀ ਕੀਤਾ ਸ਼ਬਦ ਹੈ, ਮਹਾਰਾਜ ਨੇ ਬੇਨਤੀਆਂ ਕਰਨ ਦੀ ਜਾਚ ਦੱਸੀ ਆ ਵੀ ਬੇਨਤੀ ਕਰਨੀ ਕਿਵੇਂ ਆ ਗੁਰੂ ਦੇ ਚਰਨਾਂ ਵਿੱਚ। हे ਸੱਚੇ ਪਾਤਸ਼ਾਹ ਪੰਚ ਬਿਖਾਦੀ ਏਕ ਗਰੀਬਾ ਰੱਖੋ ਰਾਖਨ ਹਾਰੇ। ਬਿਖਾਦੀ ਦਾ ਅਰਥ ਹੈ ਝਗੜਾਲੂ, ਝਗੜਾ ਕਰਨ ਵਾਲੇ। ਮੇਰੇ ਅੰਦਰ ਪੰਜ ਨੇ ਝਗੜਾ ਕਰਨ ਵਾਲੇ ਜਿਹੜੇ ਬੈਠੇ ਹੋਏ ਨੇ। ਦੋ ਅਰਥ ਇਹਦੇ ਵਿਦਵਾਨ ਕਰਦੇ ਨੇ। ਪਹਿਲੇ ਨੰਬਰ ਦੇ ਉੱਤੇ ਉਹ ਪੰਜ ਹਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ।
ਹੁਣ ਇਹਨਾਂ ਕੱਲੇ ਕੱਲੇ ਅੱਖਰ ਦੀ ਬੜੀ ਬੜੀ ਲੰਬੀ ਲੰਬੀ ਵਿਆਖਿਆ ਹੋ ਸਕਦੀ ਹੈ। ਫਿਰ ਇਹਦੇ ਤੋਂ ਅੱਗੇ ਦੂਸਰਾ ਅੱਖਰ ਆਉਂਦਾ ਆ, ਪੰਜ ਹਨ ਸ਼ਬਦ ਸਪਰਸ਼ ਰੂਪ ਰਸ ਗੰਧ। ਜਿਹੜੇ ਪਹਿਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਨੂੰ ਸਾਧ ਸੰਗਤ ਜੀ ਅਸੀਂ ਵਿਕਾਰ ਕਹਿੰਦੇ ਆ ਵੀ ਇਹ ਪੰਜ ਵਿਕਾਰ ਨੇ, ਤੇ ਜਿਹੜੇ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਆ ਇਹ ਪੰਜ ਵਿਸ਼ੇ ਨੇ। ਭਾਵ ਕਿ ਪੰਜ ਵਿਕਾਰ ਤੇ ਪੰਜ ਵਿਸ਼ੇ। ਇਹ ਸੱਚੇ ਪਾਤਸ਼ਾਹ ਮੇਰੇ ਅੰਦਰ ਵੜ ਗਏ ਨੇ ਪੰਜ, ਤੇ ਮੈਂ ਇਹਨਾਂ ਦੇ ਮੁਕਾਬਲਤਨ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਇਕੱਲਾ ਪੈ ਗਿਆ, ਮੈਂ ਇਕੱਲਾ ਰਹਿ ਗਿਆ। ਗੁਰਬਾਣੀ ਇਸ ਗੱਲ ਨੂੰ ਹੋਰ ਵੀ ਵਿਆਖਿਆ ਕਰਦੀ ਹੈ। ਇਹ ਕਿੱਡੇ ਕੁ ਬਲਵਾਨ ਨੇ, ਇਹ ਕੱਲੇ ਕੱਲੇ 'ਚ ਕਿੰਨੀ ਕੁ ਤਾਕਤ ਹੈ। ਭਗਤ ਰਸਨਾ ਦੇ ਇੱਕ ਬਚਨ ਸਾਹਮਣੇ ਆ ਰਹੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਆ ਜਿਹੜੇ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਗੱਲ ਕੀਤੀ ਹੈ ਨਾ, ਸਮਾਂ ਤਾਂ ਹੈ ਨਹੀਂ ਵਿਆਖਿਆ 'ਚ ਜਾ ਕੇ ਵੇਖਣ ਦਾ, ਪਰ ਉਹਨਾਂ ਵਿੱਚੋਂ ਇੱਕ ਸ਼ਬਦ ਕੰਨਾਂ ਨਾਲ ਸੁਣਨ ਦਾ ਸਵਾਦ ਪੈਣਾ। ਹੁਣ ਕਿਹੋ ਜਿਹਾ ਸੁਣਦੇ ਆ, ਇਹ ਆਪਣੇ ਆਪ ਦੀ ਝਾਤ ਆਪ ਮਾਰ ਲਿਓ ਆਪਣੇ ਅੰਦਰ। ਵਿਆਖਿਆ ਕਰਕੇ ਨਹੀਂ ਸਮਝਾਇਆ ਜਾ ਸਕਦਾ ਵੀ ਫਲਾਣਿਆ ਤੂੰ ਆਹ ਸੁਣਦਾ, ਤੂੰ ਆਹ ਸੁਣਦਾ। ਆਪਣੇ ਆਪ ਦੇ ਮਨ ਦੇ ਟੇਸਟ ਨੂੰ ਆਪ ਵੇਖਣਾ ਵੀ ਮੇਰਾ ਮਨ ਮੇਰੇ ਕੰਨਾਂ ਰਾਹੀਂ ਕੀ ਸੁਣਨਾ ਚਾਹੁੰਦਾ ਆ। ਮੁੜ ਕੇ ਸ਼ਬਦ ਸਪਰਸ਼, ਸਪਰਸ਼ ਦਾ ਅਰਥ ਹੁੰਦਾ ਚਮੜੀ ਦਾ ਸਪਰਸ਼ ਕਰਨਾ, ਕਿਸੇ ਦੂਸਰੇ ਦੀ ਬਾਡੀ ਨਾਲ ਦੂਸਰੇ ਦੀ ਬਾਡੀ ਦਾ ਸਪਰਸ਼ ਹੋਣਾ। ਇਹਨੂੰ ਅੱਗੇ ਕਾਮ ਵਾਸ਼ਨਾ ਬਣਾ ਕੇ ਕਹਿੰਦੇ ਨੇ ਵਿਦਵਾਨ। ਇਹਦੇ ਵਿੱਚ ਵੀ ਆਪਣੇ ਸਪਰਸ਼ ਦਾ ਆਪਣੇ ਜਿਹੜੇ ਮਨ ਦੇ ਫੁਰਨੇ ਨੇ ਉਹ ਵੇਖ ਲੈਣੇ ਕਿਹੋ ਜਿਹੇ ਨੇ। ਸ਼ਬਦ ਸਪਰਸ਼ ਰੂਪ, ਦੂਸਰੇ ਦਾ ਰੂਪ ਵੇਖ ਵੇਖ ਕੇ ਆਪਣੇ ਮਨ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਬਣਦੀਆਂ ਨੇ। ਕਿਸੇ ਤੇ ਦੂਸਰੇ ਤੇ ਕੈਮਰਾ ਲਾਉਣ ਦੀ ਲੋੜ ਨਹੀਂ, ਆਪਣੇ ਆਪ ਤੇ ਕੈਮਰਾ ਲਾ ਕੇ ਵੇਖੀਏ ਵੀ ਸਾਡੇ ਮਨ ਦੀਆਂ ਭਾਵਨਾ ਕਿਹੋ ਜਿਹੀਆਂ ਬਣਦੀਆਂ ਨੇ। ਅਸਲ ਵਿੱਚ ਇਸੇ ਕਰਕੇ ਗੁਰਮਤਿ ਨੇ ਸਾਨੂੰ ਸਾਦਾ ਸਾਫ਼ ਸੁਥਰਾ ਲਿਬਾਸ, ਜਿਹਨੂੰ ਗੁਰਮਤਿ ਦੀ ਫਿਲਾਸਫੀ ਵਿੱਚ ਗੁਰਮੁਖ ਦਾ, ਭਾਵੇਂ ਉਹ ਬੀਬੀ ਦੇ ਰੂਪ ਵਿੱਚ ਹੈ ਭਾਵੇਂ ਉਹ ਮਨੁੱਖ ਦੇ ਰੂਪ ਵਿੱਚ ਹੈ, ਇਸੇ ਕਰਕੇ ਕਿਹਾ ਸੀ ਕਿ ਸਾਦਾ ਸਾਫ਼ ਸੁਥਰਾ ਤੇ ਆਪਣੇ ਅੰਗ ਢੱਕ ਕੇ ਰੱਖਣ ਵਾਲਾ ਲਿਬਾਸ ਪਹਿਨ ਕੇ ਰੱਖਣਾ। ਪਰ ਅੱਜ ਦੇ ਸਾਡੇ ਬਾਹਰਲੇ ਸਮਾਜ ਨੇ, ਖਿਮਾ ਕਰਨਾ ਜੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਕਈ ਵਾਰੀ ਇਹੋ ਜਿਹੇ ਅੱਖਰ ਵਰਤਣੇ ਪੈਂਦੇ ਨੇ। ਸਾਡੀਆਂ ਬਹੁ ਬੇਟੀਆਂ, ਸਾਡੀਆਂ ਧੀਆਂ ਭੈਣਾਂ, ਸਾਡੀਆਂ ਬੱਚੀਆਂ ਦੇ ਅੰਦਰ ਇਸ ਸਮਾਜ ਨੇ ਇਹੋ ਜਿਹਾ ਔਗਣ ਭਰ ਕੇ ਰੱਖ ਦਿੱਤਾ, ਪਤਾ ਨਹੀਂ ਕੀ ਚਾਹੁੰਦੀਆਂ ਨੇ, ਆਪਣੇ ਤਨ ਦਾ ਨਗੇਜ ਕਰ ਕਰਕੇ ਦੂਜਿਆਂ ਨੂੰ ਦਿਖਾ ਕੇ ਲੈਣਾ ਕੀ ਚਾਹੁੰਦੀਆਂ ਨੇ, ਵਿਖਾਉਣਾ ਕੀ ਚਾਹੁੰਦੀਆਂ ਨੇ। ਕੀ ਸਮਾਜ ਦੀਆਂ ਬੁਰਾਈਆਂ ਹੀ ਇੰਨੀਆਂ ਪੈਦਾ ਹੋ ਗਈਆਂ ਨੇ। ਇਹ ਬੁਰਾਈਆਂ ਇੰਨੀਆਂ ਜੜ ਜਾਣੀਆਂ ਸਾਡੇ ਸਮਾਜ ਦੇ, ਸਾਡੇ ਘਰਾਂ ਦੇ ਅੰਦਰ ਆਉਣ ਵਾਲੀਆਂ ਨੇ। ਜੇ ਆਪਣੀ ਧੀ ਪੁੱਤ ਨੂੰ ਵੀ ਕਿਤੇ ਕਹਿ ਕੇ ਰੋਕਣ ਦਾ ਯਤਨ ਕਰੋ ਤੇ ਉਹ ਵੀ ਸਿਆਣਿਆਂ ਦੇ ਗਲ ਪੈਂਦਾ ਵੀ ਕੌਣ ਹੁੰਦੇ ਤੁਸੀਂ ਰੋਕਣ ਵਾਲੇ। ਆਪਣੇ ਧੀ ਪੁੱਤ ਆਪਣੇ ਮਾਂ-ਬਾਪ ਦੀ ਨਹੀਂ ਸੁਣਨਾ ਚਾਹੁੰਦੇ। ਇਸ ਗੱਲ ਤੋਂ, ਇਸ ਵਿਸ਼ੇ ਤੋਂ ਗੁਰੂ ਦੀ ਗੱਲ ਤੇ ਬਹੁਤ ਦੂਰ ਰਹਿ ਗਈ ਨਾ। ਗੁਰੂ ਨੇ ਤੇ ਕਿਹਾ ਸੀ ਇਹ ਸਾਰੀਆਂ ਗੱਲਾਂ। ਅਸੀਂ ਦਿਖਾਵਾ ਕਰਦੇ ਹਾਂ ਵੀ ਸਿੱਖੀ ਵਾਲੇ ਆ, ਅਸੀਂ ਦਿਖਾਵਾ ਕਰਦੇ ਹਾਂ ਵੀ ਰਹਿਤ ਬਹਿਤ ਆ, ਅਸੀਂ ਦਿਖਾਵਾ ਕਰਦੇ ਹਾਂ ਵੀ ਅੰਮ੍ਰਿਤਧਾਰੀ ਆ, ਪਰ ਜਦੋਂ ਬਾਹਰਲੇ ਸਮਾਜ ਜਾਂਦੇ ਉਦੋਂ ਸਾਰਾ ਕੁਝ ਉਹੋ ਹੀ ਲੱਚਰਪੁਣਾ ਸਾਡੀ ਜ਼ਿੰਦਗੀ ਵਿੱਚ ਵੀ ਆ ਗਿਆ। ਪਤਾ ਨਹੀਂ ਕਿੱਧਰ ਨੂੰ ਡਿੱਗਾਂਗੇ, ਕਿਹੜੇ ਰਸਾਤਲ ਦੇ ਟੋਏ 'ਚ ਜਾ ਕੇ ਪਾਵਾਂਗੇ। ਸੱਚੇ ਪਾਤਸ਼ਾਹ ਇਹ ਪੰਜ ਵੜ ਗਏ ਨੇ ਤੇ ਇਹ ਤੇ ਇੱਕ ਹੀ ਬੜਾ ਭੈੜਾ ਸੀ। ਇਹ ਤੇ ਇੱਕ ਦੀ ਸਮਰੱਥਾ ਇੰਨੀ ਸੀ ਕਿ ਮੇਰਾ ਉਸ ਇੱਕ ਦਾ ਮੁਕਾਬਲਾ ਕਰਨ ਦਾ ਵੀ ਜ਼ੋਰ ਨਹੀਂ ਸੀ। ਸ਼ਬਦ ਸਪਰਸ਼ ਰੂਪ ਰਸ, ਰਸ ਲੈਣੇ ਸਵਾਦ ਜ਼ਬਾਨ ਦੇ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਦੀ ਵਿਆਖਿਆ ਕਰੀਦੀ ਨਾ, ਮੁੜ ਕੇ ਬਾਅਦ ਚ ਨਹੀਂ ਜੀ ਇਹ ਸਾਡੇ ਕਰਕੇ ਗੱਲਾਂ ਕੀਤੀਆਂ। ਗੱਲਾਂ ਇਸ ਕਰਕੇ ਨਹੀਂ ਹੁੰਦੀਆਂ, ਉਹ ਜਦੋਂ ਆ ਜਾਂਦੀ ਇਹ ਗੱਲ, ਜੇ ਤੇ ਗੁਰਮਤ ਕਮਾਉਣੀ ਹੈ, ਜੇ ਤੇ ਸਿੱਖੀ ਕਮਾਉਣੀ ਹੈ, ਫਿਰ ਤੇ ਇਹਨਾਂ ਰਸਾਂ ਦੇ ਸਵਾਦ ਤੋਂ ਉੱਠਣਾ ਪੈਣਾ ਹੈ। ਜੇ ਰੱਬ ਨਾਲ ਆਪਣਾ ਨਾਤਾ ਬਣਾਉਣਾ ਹੈ ਨਾ, ਪਰਮੇਸ਼ਰ ਜੀ ਨਾਲ ਆਪਣਾ ਨਾਤਾ ਬਣਾਉਣਾ, ਫਿਰ ਤੇ ਇਹਨਾਂ ਰਸਾਂ ਕਸਾਂ ਦੇ ਸਵਾਦਾਂ ਤੋਂ ਗਾਂਹ ਲੰਘਣਾ ਪੈਣਾ। ਤੇ ਜਿੰਨੀ ਦੇਰ ਤੱਕ ਮਨ ਦੀ ਬਿਰਤੀ ਇਹਨਾਂ ਰਸਾਂ ਕਸਾਂ ਦੇ ਸਵਾਦਾਂ ਤੋਂ ਗਾਂਹ ਨਹੀਂ ਨਾ ਲੰਘੀ, ਮਤਾਂ ਸੋਚਿਓ ਵੀ ਇਸ ਸਾਡੀ ਆਤਮਾ ਦਾ ਪ੍ਰਮਾਤਮਾ ਨਾਲ ਗੰਢ ਪੈ ਜਾਏਗਾ। ਨਹੀਂ ਪੈਣਾ, ਕਿਉਂਕਿ ਉਲਝਿਆ ਹੋਇਆ ਜੇ ਤੇ ਇੱਥੇ ਹੀ ਉਲਝਿਆ ਹੋਇਆ। ਕੋਈ ਮਿੱਠੇ 'ਚ ਉਲਝਿਆ ਹੋਇਆ ਹੈ, ਕੋਈ ਕੌੜੇ 'ਚ ਉਲਝਿਆ ਹੋਇਆ, ਕੋਈ ਖੱਟੇ 'ਚ ਉਲਝਿਆ ਹੋਇਆ। ਇਥੋਂ ਤੱਕ ਮੁੜ ਕੇ ਇਹਦੀ ਹੋਰ ਜੇ ਵਿਆਖਿਆ ਕਰਨੀ ਹੋਵੇ ਤੇ ਸਾਧ ਸੰਗਤ ਜੀ, ਜਿਹੋ ਜਿਹਾ ਭੋਜਨ ਅਸੀਂ ਖਾਵਾਂਗੇ, ਭਾਵੇਂ ਕਿ ਸਾਡੀਆਂ ਸਟੇਜਾਂ ਤੋਂ ਹੀ ਇਹ ਪ੍ਰਚਾਰ ਕੀਤਾ ਜਾਂਦਾ ਅੱਜ ਸਾਡੇ ਆਲੇ ਦੁਆਲੇ, ਨਹੀਂ ਜੀ, ਪਦਾਰਥ ਖਾਣ ਵਾਸਤੇ ਸਿਰਫ ਸਾਡੇ ਸਰੀਰ ਨੂੰ એનર્ਜੀ ਦੇਣ ਦਾ ਰੂਪ ਹੈ, ਉਹਦੇ ਨਾਲ ਸਾਡੇ ਮਨ ਦਾ ਸੰਬੰਧ ਕੋਈ ਨਹੀਂ। ਪਰ ਨਹੀਂ ਗੁਰੂ ਕੀ ਸਾਧ ਸੰਗਤ ਜੀ, ਜੈਸਾ ਅੰਨ ਤੈਸਾ ਮਨ।
ਜਿਹੋ ਜਿਹੇ ਪਦਾਰਥ ਭੋਜਨ ਛਕੇ, ਭਾਵੇਂ ਅਸੀਂ ਆਪਣੇ ਆਪ ਨੂੰ ਗੁਰਮਤਿ ਦੇ ਧਾਰਨੀ ਕਹੀਏ। ਸ਼ਾਇਦ ਥੋੜੇ ਜਿਹੇ ਸਮੇਂ ਤੋਂ ਪਹਿਲਾਂ ਇੱਕ ਕਿਤੇ ਨਿੱਕੀ ਜੀ ਵੀਡੀਓ ਵਾਇਰਲ ਹੁੰਦੀ, ਤੁਸੀਂ ਪੜ੍ਹੀ ਸੁਣੀ ਹੋਵੇਗੀ। ਉਹ ਸ਼ਾਇਦ ਬੀਬੀ ਵਿਚਾਰੀ ਹਿੰਦੂ ਘਰਾਣੇ ਵਿੱਚੋਂ ਆ, ਔਰ ਉਹਨੇ ਬੜੀ ਸੁੰਦਰ ਵਿਆਖਿਆ ਕੀਤੀ। ਕਹਿਣ ਲੱਗੇ, ਬੱਚਿਓ, ਜਿਹੋ ਜਿਹਾ ਪ੍ਰਸ਼ਾਦਾ ਤੁਸੀਂ ਛਕੋਗੇ ਨਾ, ਉਸ ਛਕੇ ਹੋਏ ਪ੍ਰਸ਼ਾਦੇ ਦਾ ਤੁਹਾਡੇ ਮਨ ਤੇ ਅਸਰ ਹੋਣਾ ਹੈ। ਉਹਨੇ ਨਿੱਕੀ ਜਿਹੀ ਉਦਾਹਰਨ ਦੇ ਕੇ ਕਿਹਾ, ਕਹਿਣ ਲੱਗਾ, ਬੱਚਾ ਆਪਣੇ ਘਰ ਦੇ ਵਿੱਚ 2 ਪ੍ਰਸ਼ਾਦੇ ਛਕਦਾ, ਤੇ 2 ਪ੍ਰਸ਼ਾਦੇ ਛਕਣ ਤੋਂ ਬਾਅਦ ਮਾਂ ਨੇ ਪ੍ਰਸ਼ਾਦੇ ਪਕਾਏ ਤੇ ਬੱਚੇ ਨੇ ਖਾਂਦਿਆਂ ਖਾਂਦਿਆਂ ਕਿਹਾ, ਮਾਂ ਮੈਨੂੰ ਹੋਰ ਇੱਕ ਚਾਹੀਦਾ। ਤੇ ਜੇ ਤੇ ਉਹਦੀ ਅਸਲੀਅਤ ਮਾਂ ਹੈ, ਮਾਂ ਨੂੰ ਚਾਹ ਚੜ ਜਾਣਾ ਇਸ ਗੱਲ ਦਾ ਵੀ ਅੱਜ ਬੱਚੇ ਨੇ ਮੇਰੇ ਨੇ ਇੱਕ ਪ੍ਰਸ਼ਾਦਾ ਹੋਰ ਚੜਿਆ। ਉਹਨੇ ਉਹ ਚਾਹ ਨਾਲ, ਬੜੀ ਭਾਵਨਾ ਨਾਲ ਕਿ ਮੇਰੇ ਬੱਚੇ ਨੇ ਪ੍ਰਸ਼ਾਦਾ ਹੋਰ ਮੰਗਿਆ, ਉਸ ਭਾਵਨਾ ਨਾਲ ਪਕਾਉਣਾ ਆ। ਤੇ ਜੇ ਉਹੋ ਹੀ ਪ੍ਰਸ਼ਾਦਾ ਬਾਹਰਲੇ ਰੈਸਟੋਰੈਂਟਾਂ ਦੀ ਤੇ ਗੱਲ ਹੀ ਛੱਡ ਦੋ, ਜਿਹੜਾ ਆਪਣੇ ਘਰੇ ਤੁਸੀਂ ਕੋਈ ਨੌਕਰ ਰਾਣੀ ਰੱਖੀ ਆ, ਉਸ ਨੌਕਰ ਰਾਣੀ ਨੂੰ ਉਹਨੇ ਗਿਣੇ ਹੋਏ ਨੇ ਤੁਹਾਡੇ ਪਰਿਵਾਰ ਦੇ ਰੋਜ਼ ਦੇ ਪ੍ਰਸ਼ਾਦੇ ਪੀਨੇ ਪਕਾਉਣੇ ਆ, ਤੇ ਜੇ ਉਹਨੂੰ ਕਹਿ ਦੋ ਵੀ 2 ਪ੍ਰਸ਼ਾਦੇ ਵੱਧ ਪਕਾ, ਜੇ ਹੋਰ ਲੋੜ ਹੈ, ਉਹਨੇ ਸੜ ਕੇ ਕੋਲਾ ਹੋ ਜਾਣਾ ਵੀ ਸਿਆਪਾ ਮੁੱਕਦਾ ਹੀ ਨਹੀਂ। ਉਹ ਸੜ ਕੇ ਕੋਲਾ ਹੋ ਜਾਣ ਵਾਲੀ ਦਾ ਪਕਾਇਆ ਹੋਇਆ ਪ੍ਰਸ਼ਾਦਾ ਤੇ ਮਾਂ ਦੇ ਚਾਹ ਨਾਲ ਪਕਾਇਆ ਹੋਇਆ ਪ੍ਰਸ਼ਾਦਾ ਜਿਹਨੇ ਖਾਧਾ ਨਾ, ਉਹਦੇ ਤੇ ਅਸਰ ਹੋਣਾ ਆ, ਉਸ ਦਾ ਉਹਦੇ ਤੇ ਅਸਰ ਹੋਣਾ ਆ। ਇਸੇ ਕਰਕੇ ਜਿਹੜਾ ਬਾਹਰ ਵਾਲਾ ਆਮ ਤੌਰ ਤੇ ਅਸੀਂ ਬਾਹਰੋਂ ਅੰਦਰੋਂ ਖਾਂਦੇ ਆ, ਉਹ ਇੱਕ ਬਿਜ਼ਨਸ ਮਾਈਂਡ ਵਿੱਚ ਪਕਾਇਆ ਹੋਇਆ ਭੋਜਨ ਹੈ। ਬਿਜ਼ਨਸ ਮਾਈਂਡ ਵਿੱਚ ਉਹ ਵਪਾਰੀਕਰਨ ਦੇ ਕਿੱਤੇ ਨਾਲ ਪਕਾਇਆ ਹੋਇਆ ਭੋਜਨ ਆ। ਉਹ ਭੋਜਨ ਜਿੰਨਾ ਖਾਓਗੇ, ਅਸਰ ਮਨ ਦੇ ਉੱਤੇ ਉਹੀ ਹੋਣਾ ਹੈ। ਜਿੰਨਾ ਉਹ ਤੋਂ ਸੰਕੋਚ ਕਰਕੇ ਸਾਦਾ ਆਪਣੇ ਆਪ ਆਪਣੇ ਹੱਥਾਂ ਦਾ ਬਣਾਇਆ ਖਾਓਗੇ, ਤੇ ਉਹਦਾ ਅਸਰ ਹੋਰ ਹੋਏਗਾ ਭਗਤੀ ਵਾਸਤੇ। ਐਵੇਂ ਨਹੀਂ ਸੀ ਕਿਹਾ ਜਾਂਦਾ ਵੀ ਲੰਗਰਾਂ 'ਚ ਸੇਵਾਵਾਂ ਕਰਨ ਵਾਲੀਓ, ਬੀਬੀਓ ਤੇ ਮਾਈਓ, ਗੱਲਾਂ ਨਾ ਕਰੋ, ਰੌਲਾ ਨਾ ਪਾਓ, ਕਿਉਂਕਿ ਇੱਥੇ ਪ੍ਰਸ਼ਾਦੇ ਪਕਾਉਂਦੇ ਆ, ਸਬਜ਼ੀਆਂ ਬਣਾਉਂਦੇ ਆ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਜੇ ਉਹ ਜਾਪ ਕਰਦਿਆਂ ਬਣਦਾ ਸੀ ਤੇ ਉਹਦਾ ਅਸਰ ਹੋਰ ਸੀ। ਖੈਰ ਰਹੋ, ਵਿਚਾਰ ਬਹੁਤਾ ਨਾ ਜਾਵਾਂ ਇਸ ਪਾਸੇ। ਮਹਾਰਾਜ ਕਹਿਣ ਲੱਗੇ, ਸ਼ਬਦ ਸਪਰਸ ਰੂਪ ਰਸ ਗੰਧ, ਗੰਧ ਮੁੜ ਕੇ ਆ ਗਈ ਸੁਗੰਧੀ ਲੈਣੀ ਨੱਕ ਨਾਲ। ਇਹ ਵਿਸ਼ੇ ਨੇ 5, ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਜਿਹੜੇ, ਉਹਨਾਂ ਦੀ ਵਿਆਖਿਆ ਹੋਰ ਹੋ ਸਕਦੀ ਹੈ। ਇਹਨਾਂ ਵਿਸ਼ਿਆਂ ਦੇ ਵਿੱਚ ਬੱਝਾ ਹੈ ਇੱਕ ਇੱਕ ਜੀਵ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਅੱਖਰ ਅੱਖ ਨੇ ਕੱਲੇ ਕੱਲੇ ਇੱਕ ਇੱਕ ਜਾਨਵਰ ਦੇ ਨਾਂ ਨੇ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਨੇ। ਮ੍ਰਿਗ ਦਾ ਅਰਥ ਹੈ ਹਿਰਨ, ਮੀਨ ਦਾ ਅਰਥ ਹੈ ਮੱਛੀ, ਮ੍ਰਿਗ, ਮੀਨ, ਭ੍ਰਿੰਗ, ਭੌਰਾ, ਪਤੰਗ, ਪਤੰਗਾ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਕੁੰਚਰ ਦਾ ਅਰਥ ਹੈ ਹਾਥੀ। ਭਾਵ ਕਿ ਕੱਲੇ ਕੱਲੇ ਜੀਵ ਇੱਕ ਇੱਕ ਇਸ ਵਿਸ਼ੇ ਦੇ ਗਰਸੇ ਆ ਤੇ ਮਾਰੇ ਗਏ। ਲੰਮੀ ਵਿਆਖਿਆ, ਮੈਂ ਕੋ ਸਮਾਂ ਨਹੀਂ। ਇੱਕ ਇੱਕ ਵਿਸ਼ੇ ਕਰਕੇ ਜਾਂ ਕੈਦ ਵਿੱਚ ਪੈ ਗਏ ਜਾਂ ਮਾਰੇ ਗਏ। ਤੇ ਭਗਤ ਸਾਹਿਬ ਜੀ ਨੂੰ ਪੁੱਛੀਏ, ਭਗਤ ਜੀ ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਇਹਦੇ ਚੋਂ? ਇਹ ਭਗਤ ਰਸਾਂ ਦੀ ਬਾਣੀ ਹੈ। ਭਗਤ ਜੀ ਸਾਨੂੰ ਕੀ ਦੱਸਣਾ ਚਾਹੁੰਦੇ ਇਹਦੇ ਵਿੱਚੋਂ? ਤੇ ਭਗਤ ਜੀ ਕਹਿੰਦੇ, ਉਹ ਬੰਦਿਆ, ਆਪਣੇ ਆਪ ਨੂੰ ਬੰਦਾ ਅਖਵਾਉਣ ਵਾਲਿਆ, ਤੈਨੂੰ ਇਹਦੇ ਤੋਂ ਸਿੱਖਿਆ ਇਹ ਮਿਲਣੀ ਚਾਹੀਦੀ ਆ ਵੀ ਉਹਨਾਂ ਆਪਣੇ ਆਪ ਹਾਥੀ ਵਰਗੀਆਂ ਤਾਕਤਾਂ ਰੱਖਣ ਵਾਲਾ ਜਾਨਵਰ ਵੀ ਜਦੋਂ ਇਸ ਇੱਕ ਵਿਸ਼ੇ ਦਾ ਡੰਗਿਆ ਗਿਆ ਤੇ ਸਦਾ ਲਈ ਆਪਣੇ ਸਿਰ ਤੇ ਕੁੰਡਾ ਲਵਾ ਕੇ ਕੈਦਖਾਨੇ ਪੈ ਗਿਆ। ਉਹ ਬੰਦਿਆ, ਤੇਰੇ ਅੰਦਰ ਤੇ ਪੰਜੇ ਹੀ ਆਣ ਵੜੇ ਨੇ, ਤੇਰਾ ਬਚਾਅ ਕਿੱਦਾਂ ਹੋਏਗਾ? ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ, ਤਾਕੀ ਕੇਤਕ ਆਸ। ਉਹਦੇ ਬਚਣ ਦੀ ਆਸ ਕੀ ਕਰੀਏ? ਹੁਣ ਇੱਥੇ ਜਿਹੜੀ ਅਰਦਾਸ ਹੈ ਨਾ, ਪੰਚ ਵਿਖਾਦੀ ਏਕ ਗਰੀਬਾ, ਸੱਚੇ ਪਾਤਸ਼ਾਹ 5 ਵਿਕਾਰ ਆਣ ਵੜੇ, 5 ਵਿਸ਼ੇ ਆਣ ਵੜੇ। ਇਹ 5 ਵਿਕਾਰਾਂ ਦੇ ਚੋਰ, 5 ਵਿਸ਼ਿਆਂ ਦੇ ਚੋਰ, ਕਦੇ ਅੱਖਾਂ ਰਾਹੀਂ ਚੋਰੀਆਂ ਕਰਦੇ ਨੇ, ਕਦੇ ਕੰਨਾਂ ਰਾਹੀਂ ਚੋਰੀਆਂ ਕਰਦੇ ਨੇ, ਕਦੇ ਜ਼ਬਾਨ ਰਾਹੀਂ ਚੋਰੀਆਂ ਕਰਦੇ ਨੇ, ਕਦੇ ਬੋਲਣ ਰਾਹੀਂ, ਕਦੇ ਖਾਣ ਰਾਹੀਂ ਚੋਰੀਆਂ ਕਰਦੇ ਨੇ, ਕਦੇ ਚਮੜੀ ਦੇ ਸਪਰਸ਼ ਰਾਹੀਂ ਚੋਰੀਆਂ ਕਰਦੇ ਨੇ। ਕਦੇ ਲੋਭ ਆ ਗਿਆ, ਕਦੇ ਮੋਹ ਆ ਗਿਆ, ਕਦੇ ਹੰਕਾਰ ਆ ਗਿਆ, ਕਦੇ ਕਾਮ ਆ ਗਿਆ, ਕਦੇ ਕ੍ਰੋਧ ਆ ਗਿਆ। ਸਾਧ ਸੰਗਤ ਜੀ, ਇੱਕ ਇੱਕ ਔਗਣ ਬੜਾ ਬਲਵਾਨ ਆ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਸੈਸਤਰੀ ਦੇ ਬੋਲ ਨੇ। ਇਹ ਕ੍ਰੋਧ ਵਾਲਾ ਔਗਣ ਇਹੋ ਜਿਹਾ ਭੈੜਾ ਹੈ, ਜਿਹਦੇ ਅੰਦਰ ਆ ਜੇ ਉਹਦੇ ਅੰਦਰ ਕਦੇ ਦਇਆ ਪੈਦਾ ਹੀ ਨਹੀਂ ਹੋਣ ਦਿੰਦਾ, ਤਰਸ ਨਹੀਂ ਆਉਣ ਦਿੰਦਾ ਉਹਦੇ ਅੰਦਰ। ਇਸ ਕਰਕੇ ਅਰਦਾਸ ਆ ਪੰਚ ਵਿਖਾਦੀ। ਵਿਖਾਦੀ ਦਾ ਅਰਥ ਪਹਿਲਾਂ ਸੌਖਾ ਕੀਤਾ ਸੀ ਝਗੜਾਲੂ। ਇਹ ਅੰਦਰ ਬੈਠੇ ਲੜਦੇ ਨੇ ਮੇਰੇ ਨਾਲ, ਲੜਾਈਆਂ ਕਰਦੇ ਨੇ। ਜੇ ਮੈਂ ਵੱਜਿਆ ਰੁੱਧਿਆ, ਕਿਸੇ ਦਾ ਕਹਿਆ ਘਵਾਇਆ, ਕਿਤੇ ਚੰਗੇ ਪਾਸੇ ਨੂੰ ਤੁਰਨ ਵੀ ਲੱਗਦਾ ਨਾ, ਅੰਦਰੋਂ ਫੇਰ ਝਗੜਾ ਕਰਦੇ ਨੇ, ਮੇਰੇ ਪੈਰਾਂ 'ਚ ਬੰਦ, ਮੇਰੇ ਪੈਰਾਂ ਨੂੰ ਰੋਕ ਦਿੰਦੇ ਨੇ, ਨਾ ਜਾ। ਕੀ ਕਰਨਾ?
ਜੇ ਘਰੋਂ ਤੁਰਨ ਲੱਗਣਾ ਤੇ ਰੋਕਦੇ ਨੇ, ਅਜੇ ਕੀ ਕਰਨਾ ਹੀ ਜਾ ਕੇ, ਜੇ ਬੜਾ ਸਵਖਤਾ ਆ, ਸਮਾਪਤੀ ਦੇ ਨੇੜੇ ਤੇ ਜਾ ਕੇ ਜਾਵਾਂਗੇ ਗੁਰਦੁਆਰੇ। ਮਤਲਬ ਇਸ ਤਰ੍ਹਾਂ ਇਹ ਵਿਕਾਰ ਰੋਕਦੇ ਨੇ ਚੰਗੇ ਪਾਸੇ ਜਾਣ ਤੋਂ, ਚੰਗੇ ਪਾਸੇ ਤੁਰਨ ਤੋਂ, ਚੰਗੇ ਪਾਸੇ ਦੀ ਸੋਚ ਸੋਚਣ ਤੋਂ। ਆਪਣੇ ਤੌਰ ਤੇ ਬਹੁਤ ਸਾਰਿਆਂ ਦੇ ਮਨ ਵਿੱਚ ਹੋਇਆ ਹੋਵੇਗਾ, ਕਈ ਵਾਰੀ ਮਨ ਖਿਆਲ ਆਉਂਦਾ ਵੀ ਚੰਗਾ ਕੰਮ ਕਰੀਏ, ਮੁੜ ਕੇ ਮਨ ਦੇ ਅੰਦਰ ਛੱਡ ਪਰਾਂ, ਜੇ ਆ ਚੁੱਪ ਕੀਤੇ ਮੈਂ ਚੰਗਾ ਕੰਮ ਕਰ ਲਿਆ, ਕਿਸੇ ਨੇ ਤੇ ਵੇਖਣਾ ਹੀ ਨਹੀਂ, ਫਾਇਦਾ ਕੀ ਹੋਇਆ ਚੰਗਾ ਕੀਤੇ ਦਾ। ਕਹਿਣ ਤੋਂ ਮੁਰਾਦ ਵੀ ਅੰਦਰੋਂ ਹੀ ਉਹ ਫੇ ਪੁੱਠੇ ਜਿਹੜੇ ਅੰਦਰ ਬੈਠੇ ਨੇ ਨਾ, ਉਹ ਪੰਜੇ ਚੋਰ, ਉਹ ਆਪਣਾ ਕੰਮ ਕਰਦੇ ਨੇ। ਫਿਰ ਇਹਨੂੰ ਹੀ ਕਹਿੰਦੇ ਨੇ ਲੜਦੇ ਨੇ, ਝਗੜਾ ਕਰਦੇ ਨੇ, ਰੋਜ਼ ਝਗੜਾਲੂ ਬਣ ਕੇ ਅੰਦਰ ਬੈਠੇ ਹੋਏ ਨੇ। ਸੱਚੇ ਪਾਤਸ਼ਾਹ 5 ਕਾਮ ਕ੍ਰੋਧ ਨੇ ਤੇ 5 ਸ਼ਬਦ ਸਪਰਸ਼ ਰੂਸ ਨੇ, 10 ਬਣ ਗਏ। ਇਸ ਕਰਕੇ ਇਹਨਾਂ ਦੇ ਅੱਗੇ ਮੈਂ ਕੱਲਾ ਪੈ ਗਿਆ, ਮੈਂ ਕੱਲਾ ਹਾਂ। ਮੈਂ ਇੱਕ ਪਾਸਿਓਂ ਇਹਨਾਂ ਕੋਲੋਂ ਆਪਣੀ ਬਾਂਹ ਛਡਾਉਣਾ ਆ, ਦੂਜੇ ਪਾਸਿਓਂ ਘੇਰ ਲੈਂਦੇ ਨੇ। ਮੈਂ ਦੂਜੇ ਪਾਸਿਓਂ ਆਪਣੀ ਬਾਂਹ ਛਡਾਉਣ ਦਾ ਯਤਨ ਕਰਦਾ, ਤੀਜੇ ਪਾਸਿਓਂ ਘੇਰ ਲੈਂਦੇ ਨੇ, ਛੱਡਦੇ ਹੀ ਨਹੀਂ ਕਹਿਣਾ। ਇਸ ਕਰਕੇ ਪੰਚ ਬਿਖਾਦੀ ਏਕ ਗਰੀਬਾ, ਮੈਂ ਵਿਚਾਰਾ ਗਰੀਬ ਜਿਹਨੂੰ ਕਹਿੰਦਾ ਮੇਰਾ ਕੋਈ ਜ਼ੋਰ ਨਹੀਂ, ਮੇਰੀ ਕੋਈ ਤਾਕਤ ਨਹੀਂ ਨਾ ਕੇ। ਤੇ ਹੁਣ ਕਹਿਣਾ ਕੀ ਚਾਹੁੰਦਾ, ਕਹਿੰਦੇ ਰੱਖ ਹੋ ਰਾਖਣ ਹਾਰੇ, ਹੇ ਮੇਰੇ ਰੱਖਣ ਹਾਰੇ ਦਾਤਾ ਪ੍ਰਮਾਤਮਾ, ਹੇ ਸਤਿਗੁਰੂ ਜੀ ਤੁਸੀਂ ਰੱਖ ਸਕਦੇ ਹੋ, ਤੁਸੀਂ ਰਾਖੀ ਕਰ ਸਕਦੇ ਹੋ ਮੇਰੇ ਮਨ ਦੀ ਇਹਨਾਂ ਵਿਕਾਰਾਂ ਦੇ ਝਗੜੇ ਤੋਂ, ਤੁਸੀਂ ਮੈਨੂੰ ਬਚਾ ਸਕਦੇ ਹੋ। ਤੇ ਵਾਕਿਆ ਦੂਸਰੇ ਬੰਨੇ ਫੇਰ ਉਹ ਗੱਲ ਆਉਣੀ ਆ ਕਿ ਜੇ ਡਾਕਟਰ ਦੇ ਕੋਲ, ਡਾਕਟਰ ਦੇ ਡਿਸਪੈਂਸਰੀ ਦੇ ਕੋਲ ਜਾਂ ਹਸਪਤਾਲ ਜਾ ਕਰਕੇ ਉੱਥੇ ਖਲੋ ਜਾਓ ਡੋਰ ਦੇ ਉੱਤੇ ਵੀ ਮੈਂ ਆਇਆ, ਤੇ ਦਿਓ ਆ ਪੁੱਛੇ ਡਾਕਟਰ ਵੀ ਕਾਹਦੇ ਵਾਸਤੇ ਆਇਆ, ਉਹ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਕਾਹਦੇ ਵਾਸਤੇ, ਮੈਂ ਤੇ ਵੈਸੇ ਹੀ ਆਇਆ। ਜੇ ਤੂੰ ਇਸ ਤਰ੍ਹਾਂ ਕਹੇਗਾ ਤੇ ਫਿਰ ਉਸ ਡਾਕਟਰ ਨੇ ਨਾ ਤੇ ਤੇਰਾ ਕੋਈ ਬਲੱਡ ਪ੍ਰੈਸ਼ਰ ਚੈੱਕ ਕਰਨਾ, ਨਾ ਤੇਰਾ ਉਹਨੇ ਟੈਂਪਰੇਚਰ ਚੈੱਕ ਕਰਨਾ, ਉਹਨੇ ਕੁਝ ਵੀ ਨਹੀਂ ਚੈੱਕ ਕਰਨਾ, ਉਹਨੇ ਕਹਿਣਾ ਤੂੰ ਤੇ ਬਿਮਾਰ ਹੀ ਨਹੀਂ ਹੈਗਾ। ਤੇ ਜਦੋਂ ਤੇਰੀਆਂ ਅੱਖਾਂ ਨੀਵੀਆਂ ਹੋਈਆਂ ਹੋਣਗੀਆਂ, ਸਾਹ ਤੇਰਾ ਆਉਂਦਾ ਨਾ ਹੋਵੇਗਾ, ਪੈਰਾਂ ਤੇ ਖਲੋਤਾ ਨਾ ਜਾਂਦਾ ਹੋਵੇਗਾ, ਤੇ ਡਾਕਟਰ ਦੀ ਡਿਸਪੈਂਸਰੀ ਤੇ ਜਾਂਦਿਆਂ ਹੀ ਤਰਲਾ ਕਰੇਗਾ ਮੈਨੂੰ ਚੈੱਕਅਪ ਕਰ, ਮੈਂ ਤੇ ਮਰ ਚੱਲਿਆ, ਮੇਰੀ ਤੇ ਕਮਜ਼ੋਰੀ ਇੰਨੀ ਹੋ ਗਈ। ਤੇ ਡਾਕਟਰ ਉਸ ਵੇਲੇ ਚੈੱਕਅਪ ਕਰਕੇ ਤੇਰਾ ਇਲਾਜ ਵੀ ਕਰੇਗਾ। ਗੁਰੂ ਕੀ ਸਾਧ ਸੰਗਤ ਜੀ, ਇਹਨਾਂ ਵਿਕਾਰਾਂ ਦੀ ਵਿਆਖਿਆ ਬਹੁਤ ਹੋ ਸਕਦੀ ਹੈ, ਵਿਸ਼ਿਆਂ ਦੀ ਵਿਆਖਿਆ ਹੋਰ ਬਹੁਤ ਹੋ ਸਕਦੀ ਹੈ, ਪਰ ਗੁਰੂ ਦੇ ਚਰਨਾਂ ਵਿੱਚ ਆਣ ਕੇ ਕਦੀ ਵਾਕਿਆ ਹੀ ਆਪਣੇ ਮਨ ਨੂੰ ਇਹ ਫੀਲ ਕੀਤਾ ਵੀ ਸੱਚੇ ਪਾਤਸ਼ਾਹ ਮੇਰਾ ਤਾਂ ਐਸ ਵਿਕਾਰ ਦਾ ਗਰਸਿਆ ਹੋਇਆ ਵਾਂ, ਮੈਂ ਐਸ ਵਿਕਾਰ ਦਾ ਡੰਗਿਆ ਹੋਇਆ ਵਾਂ, ਮੈਂ ਐਸ ਵਿਸ਼ੇ ਦਾ ਡੰਗਿਆ ਹੋਇਆ ਵਾਂ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰਾ ਜ਼ੋਰ ਨਹੀਂ ਜੇ ਚੱਲਦਾ, ਕਿਰਪਾ ਕਰਕੇ ਮੈਨੂੰ ਬਚਾ ਲਓ। ਡਾਕਟਰ ਤੇ ਤਾਂ ਹੀ ਇਲਾਜ ਕਰੇਗਾ ਨਾ ਜੇ ਆਪਣੇ ਆਪ ਨੂੰ ਉਹਦੇ ਅੱਗੇ ਮਰੀਜ਼ ਬਣਾ ਕੇ ਪੇਸ਼ ਕਰਾਂਗੇ। ਗੁਰੂ ਅੱਗੇ ਵੀ ਆਪਣੇ ਆਪ ਨੂੰ ਤਰਲਾ ਕਰਨਾ ਪੈਣਾ, ਔਰ ਹਕੀਕਤ ਵਿੱਚ ਆਪਣੇ ਆਪ ਦੇ ਅੰਦਰ ਦੇ ਇਹਨਾਂ ਔਗੁਣਾਂ ਨੂੰ ਸਵੀਕਾਰ ਕਰਨਾ ਪੈਣਾ ਕਿ ਮੈਂ ਔਗੁਣ ਆ ਰਹਾ ਹਾਂ, ਮੈਂ ਵਿਸ਼ੇ ਵਿਕਾਰਾਂ ਦਾ ਡੰਗਿਆ ਹੋਇਆ ਵਾਂ। ਇਸ ਕਰਕੇ ਬੇਨਤੀ ਹੈ ਸੱਚੇ ਪਾਤਸ਼ਾਹ ਤੁਸੀਂ ਰੱਖਣ ਹਾਰੇ ਹੋ, ਤੁਸੀਂ ਰੱਖਿਆ ਕਰਨ ਦੇ ਸਮਰੱਥ ਹੋ, ਤੁਸੀਂ ਮੇਰੀ ਰਾਖੀ ਕਰ ਸਕਦੇ ਹੋ। ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ, ਕਿਰਪਾ ਕਰੋ ਮੈਨੂੰ ਰੱਖ ਲਓ, ਮੈਨੂੰ ਬਚਾ ਲਓ ਇਹਦੇ ਤੋਂ। ਖੇਦ ਕਰਹੇ ਅਰ ਬਹੁਤ ਸੰਤਾਵੇ, ਮਹਾਰਾਜ ਜੇ ਫੇਰ ਪੁੱਛਣ ਵੀ ਇਹ ਕਰਦੇ ਕੀ ਹੈ ਤੈਨੂੰ, ਜਿਹੜੇ ਪੰਜੇ ਵਿਕਾਰ ਨੇ ਕੀ ਕਹਿੰਦੇ ਆ ਤੈਨੂੰ, ਮੁੜ ਕੇ ਖੇਦ ਦਾ ਅਰਥ ਫੇਰ ਆ ਦੁੱਖ, ਤੇ ਸੰਤਾਵੇ ਦਾ ਅਰਥ ਆ ਸੰਤਾਪ ਦਿੰਦੇ ਆ, ਸਾੜਦੇ ਆ ਮੈਨੂੰ। ਹੇ ਸੱਚੇ ਪਾਤਸ਼ਾਹ ਪੰਜੇ ਵਿਕਾਰ ਤੇ ਪੰਜੇ ਵਿਸ਼ੇ ਮੇਰੇ ਅੰਦਰ ਮੈਨੂੰ ਬਹੁਤ ਦੁਖੀ ਕਰਦੇ ਆ। ਜਿਹੜੀ ਆਪਾਂ ਗੱਲ ਦੀ ਕਰਕੇ ਆਇਆ ਨਾ ਵਿਆਖਿਆ ਵੀ ਕਦੇ ਨਾ ਕਦੇ ਚੇਤਾ ਆਉਂਦਾ ਆ, ਮੈਂ ਇਹਨਾਂ ਤੋਂ ਬਚਣਾ ਚਾਹੁੰਦਾ ਵਾਂ, ਚੰਗੇ ਪਾਸੇ ਜਾਣਾ ਚਾਹੁੰਦਾ ਵਾਂ, ਪਰ ਅੰਦਰ ਫੇਰ ਆਪਣੀ ਹਰਕਤ ਪੈਦਾ ਕਰਕੇ ਫੇਰ ਪੁੱਠੇ ਬੰਨੇ ਲੈ ਜਾਂਦੇ ਆ। ਇਹ ਬਹੁਤ ਦੁੱਖ ਦਿੰਦੇ ਆ, ਇਹ ਬਹੁਤ ਦੁੱਖ ਦਿੰਦੇ ਆ। ਖੇਦ ਕਰਹੇ ਅਰ ਅਤੇ ਜਾਂ ਅਰ ਦਾ ਅਰਥ ਮੁੜ ਕੇ ਦੁਸ਼ਮਣ ਵੀ ਕੀਤਾ ਜਾਂਦਾ ਹੈ। ਮਹਾਰਾਜ ਇਹ ਮੈਨੂੰ ਇੰਨਾ ਦੁਖੀ ਕਰਦੇ ਆ ਵੀ ਦੁਖੀ ਕਰਦੇ ਕਰਦੇ ਮੇਰੇ ਦੁਸ਼ਮਣ ਬਣ ਬੈਠੇ ਆ, ਤੇ ਦੁਸ਼ਮਣ ਬਣ ਕੇ ਬਹੁਤ ਸੰਤਾਵ ਹੈ। ਸੰਗ ਭਲੀ ਪ੍ਰਕਾਰ ਤਾਵੇ ਦਾ ਅਰਥ ਆ ਤਪਾਉਂਦੇ ਆ, ਹਰ ਖਿਣ ਖਿਣ ਤੇ ਮੈਨੂੰ ਅੰਦਰ ਤਾਪ ਦਿੰਦੇ ਆ, ਹਰ ਖਿਣ ਖਿਣ ਦੇ ਅੰਦਰ ਮੇਰੇ ਅੰਦਰ ਇਹ ਅੱਗ ਬਾਲਦੇ ਆ। ਜਿਵੇਂ ਅੱਗ ਤਪਾਉਂਦੀ ਆ ਨਾ ਲਾਗੇ ਪਈ ਚੀਜ਼ ਨੂੰ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਨੂੰ ਤਪਾਉਂਦੇ ਆਏ। ਆਇਓ ਸ਼ਰਨ ਤੁਹਾਰੇ, ਸੱਚੇ ਪਾਤਸ਼ਾਹ ਮੈਂ ਸਾਰੇ ਬੰਨਿਆਂ ਦਾ ਆਸਰਾ ਛੱਡ ਕੇ, ਮੈਂ ਸਾਰੇ ਬੰਨਿਆਂ ਦੀ ਓਟ ਛੱਡ ਕੇ ਹੁਣ ਤੇਰੀ ਸ਼ਰਨ ਆ ਗਿਆ ਵਾਂ। ਕਿਰਪਾ ਕਰ ਮੈਨੂੰ ਆਪਣੇ ਸ਼ਰਨ ਆਏ ਦੀ ਲਾਜ਼ਮਿਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਸੱਚੇ ਪਾਤਸ਼ਾਹ ਆਪਣੇ ਸ਼ਰਨ ਪਏ ਦੀ ਲਾਜ ਰੱਖ, ਨਹੀਂ ਤੇਰੀ ਸ਼ਰਨ ਪੈ ਗਿਆ। ਹੋਰ ਪੁੱਛਦੇ ਨੇ ਮਹਾਰਾਜ ਜੇ ਅੱਗੇ ਸਵਾਲ ਕਰਨ ਕਹਿਣ ਲੱਗੇ ਕੋਈ ਯਤਨ ਨਹੀਂ ਕੀਤਾ ਇਹਨਾਂ ਤੋਂ ਬਚਣ ਦਾ।
ਤੇ ਹੁਣ ਇਹ ਅਗਲੀ ਪੰਕਤੀ ਵਿੱਚ ਬਹੁਤ ਰਿਖੀਆਂ ਮੁਨੀਆਂ ਆਦਿਕ ਜੋਗੀਆਂ ਦੀਆਂ ਬੜੀਆਂ ਸਾਖੀਆਂ ਆਪਾਂ ਇੱਥੇ ਨਾਲ ਮੈਂਸ਼ਨ ਕਰ ਸਕਦੇ ਹਾਂ, ਉਹਦੀਆਂ ਉਦਾਹਰਨਾਂ ਨਾਲ ਲੈ ਸਕਦੇ ਹਾਂ, ਪਰ ਆਪਣੇ ਕੋਲ ਸਮਾਂ ਨਹੀਂ ਇੰਨਾ। ਕਹਿਣ ਲੱਗੇ ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਮਹਾਰਾਜ ਮੈਂ ਇਹਨਾਂ ਕੋਲੋਂ ਬਚਨ ਵਾਸਤੇ ਬੜੀਆਂ ਜੁਗਤੀਆਂ ਨਾਲ, ਬੜੇ ਤਰੀਕਿਆਂ ਨਾਲ, ਬੜੇ ਯਤਨਾਂ ਨਾਲ ਕਈ ਕਰਮ ਕਰ ਕਰਕੇ ਥੱਕ ਕੇ ਹਾਰ ਗਿਆ ਵਾਂ। ਕਿਹੜੇ ਕੰਮ ਕੀਤੇ ਮੁੜ ਕੇ ਜਿਹਦੀ ਵਿਆਖਿਆ ਕਰਨੀ ਹੋਵੇ, ਮਹਾਰਾਜ ਮੈਂ ਤੀਰਥਾਂ ਤੇ ਨਹਾਉਣ ਗਿਆ, ਜਿਵੇਂ ਨਹਾ ਕੇ ਇੱਕ ਕੰਮ ਦਾ ਪਾਪ ਲਾਇਆ, ਮੁੜ ਕੇ ਉੱਥੋਂ ਹੰਕਾਰ ਦੇ 4 ਹੋਰ ਚੜਾ ਕੇ ਆਇਆ। ਮਰ ਮੈਂ ਜੋਗੀ ਬਣ ਕੇ ਆਪਣੇ ਆਪ ਨੂੰ ਸਮਾਧੀ ਵਿੱਚ ਲੀਨ ਹੋਣ ਦਾ ਯਤਨ ਕੀਤਾ। ਮੈਂ ਅੱਗੇ ਵੀ ਕਈ ਵਾਰੀ ਸਾਖੀਆਂ ਸੁਣਾਈਆਂ ਨੇ, ਮੈਂ ਬਹੁਤਾ ਸਮਾਂ ਨਾ ਲਾਵਾਂ। ਭੱਠਾ ਸਾਹਿਬ ਦੇ ਲਾਗੇ ਇੱਕ ਜੋਗੀ ਬੈਠਾ, ਦੁਨੀਆ ਵੇਖ ਕੇ ਉਹਨੂੰ ਮੱਥੇ ਟੇਕਦੀ ਆ, ਪੈਠੇ ਪੈਸੇ ਭੇਟਾ ਕਰਦੀ ਆ। ਸੰਤ ਭਿੰਡਰਾਂ ਵਾਲੇ ਮਹਾਂਪੁਰਸ਼ ਲਾਗੋਂ ਦੀ ਲੰਘਣ ਲੱਗੇ, ਅੱਖਾਂ ਬੰਦ ਨੇ ਜੋਗੀ ਦੀਆਂ। ਖਿਮਾ ਕਰਨੀ ਜੀ, ਮੈਂ ਕਿਸੇ ਦੂਸਰੇ ਨੂੰ ਕੋਈ ਨੀਵਾਂ ਦਿਖਾਉਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਤੇ ਆਪਣੇ ਆਪ ਦੇ ਪਹਿਲੋਂ ਬੇਨਤੀ ਕਰਕੇ ਤੁਰਿਆ ਵੀ ਮੈਂ ਕਿਸੇ ਦੂਸਰੇ ਤੇ ਕੈਮਰਾ ਨਾ ਲਾਵਾਂ, ਆਪਣੇ ਆਪ ਦੇ ਉੱਤੇ ਕੈਮਰਾ ਲਾ ਕੇ ਵੇਖਣ ਦਾ ਯਤਨ ਕਰਾਂ ਮੈਂ ਕੀ ਹਾਂ। ਪਰ ਉਦਾਹਰਨਾਂ ਨੇ ਨਾ, ਕਈ ਵਾਰੀ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ। ਕਹਿਣ ਲੱਗੇ ਜੋਗੀ ਬੈਠਾ ਭੱਠਾ ਸਾਹਿਬ ਦੇ ਲਾਗੇ, ਰੋਪੜ ਦੇ ਲਾਗੇ ਜਿਹੜਾ ਭੱਠਾ ਸਾਹਿਬ ਆ, ਉੱਥੇ ਬਾਹਰ ਰੋਡ ਤੇ ਬੈਠਾ, ਸਾਰੇ ਲੋਕ ਉਹਨੂੰ ਤੁਰਦੇ ਫਿਰਦੇ, ਕੋਈ ਕਿੰਨੇ ਪੈਸੇ ਮੱਥਾ ਟੇਕ ਕੇ ਲੰਘਦੇ ਨੇ। ਤੇ ਮਹਾਂਪੁਰਸ਼ ਜਥੇ ਸਮੇਤ ਲਾਗੋਂ ਦੀ ਲੰਘਣ ਲੱਗੇ ਤੇ ਜੋਗੀ ਅੱਖਾਂ ਬੰਦ ਨੇ, ਮਹਿਸੂਸ ਹੁੰਦਾ ਵੀ ਸਮਾਧੀ 'ਚ ਆ, ਤੇ ਹੱਸੀ ਜਾਂਦਾ, ਖਿੜ ਕੇ ਹੱਸਣ ਡਿਆ। ਤਾਂ ਉਸ ਵੇਲੇ ਸਾਧ ਸੰਗਤ ਜੀ ਅਸਲੀਅਤ ਆ, ਔਰ ਬੁੱਕ ਦੇ ਵਿੱਚ ਲਿਖੀ ਹੋਈ ਸਾਖੀ ਹੈ। ਜਦੋਂ ਉਹਨੂੰ ਫਿਰ ਮੁੜ ਕੇ ਜੋਗੀ ਦੇ ਕੋਲ ਲੰਘਦੇ ਮਹਾਂਪੁਰਸ਼ਾਂ ਨੂੰ ਸਿੰਘਾਂ ਨੇ ਬੇਨਤੀ ਕੀਤੀ, ਕੋਈ ਸਮਾਂ ਉਹਦੇ ਕੋਲ ਖਲੋ ਕੇ ਉਹਨੂੰ ਸਮਾਧੀ ਤੋਂ ਬਾਹਰ ਕੱਢਿਆ, ਉਹਨੂੰ ਦੱਸਿਆ ਵੀ ਆ ਜਿੰਨੇ ਕੁ ਖੜੇ ਨੇ ਤੇਰਾ ਹੱਸਣ ਦਾ ਕਾਰਨ ਪੁੱਛਣਾ ਚਾਹੁੰਦੇ ਨੇ। ਭਾਗ ਚੰਗੇ ਸੀ ਫਿਰ ਵੀ ਮੈਂ ਕਹਾਂ ਜੋਗੀ ਦੇ ਚੰਗੇ ਭਾਗ ਜਾਗ ਪਏ, ਫਿਰ ਵੀ ਆਪਣੇ ਅੰਦਰ ਦੀ ਅਸਲੀਅਤ ਮੰਨ ਗਿਆ ਔਰ ਮਹਾਂਪੁਰਸ਼ਾਂ ਦੇ ਚਰਨੀ ਟਹਿ ਕੇ ਪੈ ਗਿਆ। ਕਹਿਣ ਲੱਗਾ ਮਹਾਂਪੁਰਸ਼ੋ, ਸਮਾਧੀਆਂ ਲਾਉਣੀਆਂ, ਦਸਮ ਸਵਾਸ ਚੜਾਉਣੇ ਬੜੇ ਸੌਖੇ ਜੇ, ਪਰ ਕਾਮ ਕ੍ਰੋਧ ਤੋਂ ਬਚਣਾ ਬੜਾ ਔਖਾ ਆ। ਨਿਦਾਸ ਇਹਨਾਂ ਸਾਰਿਆਂ ਨੂੰ ਕੀ ਕਰ ਰਿਹਾ ਸੀ? ਕਹਿਣ ਲੱਗੇ ਜਿਹੜੀਆਂ ਸਮਾਧੀਆਂ ਲਾਉਣੀਆਂ ਨੇ ਨਾ, ਜੋਗਾ ਵਿਆਜ ਨੂੰ ਰਿਧੀਆਂ ਸਿੱਧੀਆਂ ਕਹਿ ਦਿੰਦੇ ਆ, ਔਰ ਅਣਮਾ ਮਣਮਾ ਗਣਮਾ ਪਰਕਾਇਆ ਪ੍ਰਵੇਸ਼ ਆਦਿਕ, ਦੂਰ ਦਰਸ਼ਨ, ਦੂਰ ਸਰਵਣ ਇਤਿਆਦਿਕ, ਉਹਨਾਂ ਸਾਰੀਆਂ ਸਿੱਧੀਆਂ ਦੀਆਂ ਤਾਕਤਾਂ ਨੇ। ਕਹਿਣ ਲੱਗੇ ਬੈਠਾ ਮੈਂ ਦੁਨੀਆ ਦੇ ਹਿਸਾਬ ਕਿਤਾਬ ਨਾਲ ਸਮਾਧੀ 'ਚ ਆ, ਦਸਮ ਸਵਾਸ ਚੜਾ ਕੇ ਬੈਠਾ ਵਾਂ, ਤੇ ਦੂਰ ਦਰਸ਼ਨ ਵਾਲੀ ਜਿਹੜੀ ਆ ਨਾ, ਵੀ ਦੂਰ ਕੀਤਾ ਜਾਂ ਦੂਰ ਹੋ ਰਿਹਾ ਕੋਈ ਵੀ ਕੰਮ ਮੈਂ ਵੇਖ ਸਕਦਾ ਬੈਠਾ। ਤੇ ਮੈਂ ਬੈਠਾ ਇੱਥੇ ਰੋਪੜ ਭੱਠਾ ਸਾਹਿਬ ਦੇ ਲਾਗੇ ਸੜਕ ਤੇ ਆ, ਪਰ ਖਿਮਾ ਕਰ ਦਿਓ। ਕਹਿਣ ਲੱਗਾ ਆਪਣੀ ਉਸ ਸ਼ਕਤੀ ਨਾਲ, ਉਸ ਤਾਕਤ ਨਾਲ ਦਿੱਲੀ ਦੇ ਬਾਜ਼ਾਰਾਂ ਵਿੱਚ ਵੇਸ਼ਵਾ ਦਾ ਨਾਚ ਵੇਖਦਾ ਫਿਰਦਾ। ਵੇਸ਼ਵਾ ਨੱਚਦੀ ਸੀ ਕਿਸੇ ਬਾਜ਼ਾਰ 'ਚ, ਤੇ ਮੈਂ ਉਹ ਨਾਚ ਵੇਖਦਾ ਸੀ, ਤੇ ਨੱਚਦੀ ਵੇਸ਼ਵਾ ਦਾ ਕੱਪੜਾ ਡਿੱਗ ਗਿਆ ਸਿਰ ਵਾਲਾ, ਤੇ ਅੱਧਿਓਂ ਵੱਧ ਨੰਗੀ ਹੋ ਗਈ, ਤਾਂ ਸਾਇਆ। ਕਹਿਣ ਤੋਂ ਮੁਰਾਦ ਸੱਚੇ ਪਾਤਸ਼ਾਹ ਬੜੇ ਯਤਨ ਕੀਤੇ ਮੈਂ ਇਹਨਾਂ ਤੋਂ ਬਚਣ ਵਾਸਤੇ, ਮੈਂ ਯੋਗਾ ਅਭਿਆਸ ਵੀ ਕੀਤੇ, ਮੈਂ ਤੀਰਥ ਵੀ ਨਹਾਤਾ, ਮੈਂ ਜਪ ਤਪ ਵੀ ਕੀਤੇ, ਮੈਂ ਨੇਤੀ ਧੋਤੀ ਦੇ ਕਰਮ ਵੀ ਕੀਤੇ, ਮੈਂ ਬਹੁਤ ਕੁਝ ਕਰਕੇ ਵੇਖਣ ਦਾ ਯਤਨ ਕੀਤਾ। ਕਰ ਹਾਰਿਓ ਅਨਕ ਬਹੁ ਭਾਂਤੀ, ਸ਼ੁੱਧ ਹਿਕਤ ਹੋਣਾ ਹੈ। ਮਸ਼ਿੰਦਰ ਨਾਥ ਵਰਗਿਆਂ ਦੀਆਂ ਕਹਾਣੀਆਂ ਪੜ੍ਹ ਕੇ ਵੇਖੋ, ਖਿਮਾ ਕਰਨਾ ਘੜੀ ਦੀ ਸੂਈ ਅੱਗੇ ਭੱਜੀ ਜਾਂਦੀ ਹੈ। ਮਸ਼ਿੰਦਰ ਨਾਥ ਜਿਹੜੇ ਗੋਰਖਨਾਥ ਆਦਿਕ ਸਿੱਧ ਨੇ, ਉਹ ਸਾਰਿਆਂ ਦਾ ਵੱਡਾ ਆ। ਤੇ ਕਿਤੇ ਉਹ ਇਤਿਹਾਸ ਪੜ੍ਹ ਕੇ ਵੇਖੋ, ਉਸ ਵੇਲੇ ਇਹ ਆਪਣੀ ਪਰਕਾਇਆ ਪ੍ਰਵੇਸ਼ ਸਮਾਧੀ ਰਿਧੀ ਸਿੱਧੀ ਦੀ ਤਾਕਤ ਨਾਲ, ਜਿਹੜਾ ਅੱਗੇ ਜਾ ਕੇ ਰਾਜਾ ਸ਼ਿਵਨਾਭ ਗੁਰੂ ਨਾਨਕ ਦੇਵ ਜੀ ਦਾ ਸੇਵਕ ਬਣਨਾ ਨਾ, ਸੰਗਲਾਦੀਪ ਵਾਲਾ, ਉਸ ਰਾਜੇ ਸ਼ਿਵਨਾਭ ਦਾ ਪਿਤਾ ਅਮਰੂ ਉਹਦਾ ਨਾਂ ਆ, ਤੇ ਉਸ ਰਾਜੇ ਸ਼ਿਵਨਾਭ ਦੇ ਪਿਤਾ ਅਮਰੂ ਦੀ ਹੋ ਗਈ ਮੌਤ, ਮਰ ਗਿਆ। ਤੇ ਉਸ ਵੇਲੇ ਇਸ ਮਸ਼ਿੰਦਰ ਨਾਥ ਨੇ ਆਪਣੀਆਂ ਤਾਕਤਾਂ ਨਾਲ ਵੇਖਿਆ ਵੀ ਅਮਰੂ ਰਾਜਾ ਮਰ ਗਿਆ, ਅਜੇ ਸਰੀਰ ਫੂਕਿਆ ਨਹੀਂ, ਕਿਸੇ ਤੇ ਕਬਰ 'ਚ ਦਫਨਾਇਆ ਨਹੀਂ, ਆਪਣੀ ਪਰਕਾਇਆ ਪ੍ਰਵੇਸ਼ ਵਾਲੀ ਸਿੱਧੀ ਨਾਲ ਉਸ ਮਰੇ ਹੋਏ ਰਾਜੇ ਅਮਰੂ ਦੀ ਕਾਇਆ ਵਿੱਚ ਵੜ ਗਿਆ, ਵੀ ਉੱਥੇ ਦੁਨੀਆ ਦੇ ਮਾਇਆ ਦੇ ਖਜ਼ਾਨੇ ਦੇ, ਦੁਨੀਆ ਦੀਆਂ ਰਾਣੀਆਂ ਦੇ ਸੁੱਖ ਭੋਗਣੇ ਆ। ਮੁੜ ਕੇ ਇੱਕ ਬਾਲ ਗੁਦਾਈ ਲਿਖੀ ਆ, ਤੇ ਗੋਰਖੇ ਦਾ ਚੇਲਾ, ਇਹਨਾਂ ਦੋਵਾਂ ਦੀ ਆਪਸ ਵਿੱਚ ਚਰਚਾ ਹੁੰਦੀ ਆ। ਚਰਚਾ ਹੋਣ ਤੋਂ ਬਾਲ ਗੁਦਾਈ ਹਾਰਦਾ ਆ, ਗੋਰਖ ਜਿੱਤਦਾ, ਤੇ ਜਿੱਤੇ ਹੋਏ ਨੂੰ ਫਿਰ ਬਾਲ ਗੁਦਾਈ ਮਿਹਣਾ ਮਾਰਦਾ, ਕਹਿਣ ਲੱਗਾ ਗੋਰਖਾ ਆਪਣਾ ਗੁਰੂ ਤੇ ਸੰਭਾਲ ਕਿੱਥੇ ਆ? ਉਹ ਤੇ ਰਾਜੇ ਅਮਰੂ ਦੀ ਮੁਰਦਾ ਦੇਹ ਵਿੱਚ ਵੜ ਕਰਕੇ ਵਿਕਾਰ ਭੋਗਦਾ ਫਿਰਦਾ ਉੱਥੇ।
ਜਦੋਂ ਇਹ ਮਿਹਣਾ ਵੱਜਾ ਉਸ ਵੇਲੇ ਇਸ ਗੋਰਖਨਾਥ ਨੇ ਪੱਗ ਬੰਨ ਕੇ ਆਪਣੇ ਕੰਨਾਂ 'ਚ ਪਾਈਆਂ ਹੋਈਆਂ ਮੁੰਦਰਾਂ ਆਪਣੀ ਪੱਗ ਦੇ ਥੱਲੇ ਲੁਕਾਈਆਂ, ਕਿਉਂਕਿ ਇਹਨੇ ਕੰਨ ਪਾਟੇ ਜੋਗੀ ਆਪਣੇ ਦਰਬਾਰ 'ਚ ਆਉਣੋਂ ਮਨਾ ਕਰ ਦਿੱਤੇ ਸਨ ਵੀ ਆ ਨਹੀਂ ਸਕਦੇ ਕੋਈ ਵੀ। ਫਿਰ ਇਹ ਤਬਲੇ ਦੀ ਗੱਤ ਸਿੱਖ ਕੇ ਤਬਲਾ ਵਜਾਇਆ ਇਹਨੇ ਉਸੇ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋ ਕੇ, ਤੇ ਤਬਲੇ ਦੀ ਗੱਤ ਦੇ ਅੱਖਰਾਂ ਨਾਲ ਆਪਣਾ ਕੁਝ ਸੁਨੇਹਾ ਉਸ ਅਮਰੂ ਰਾਜੇ ਦੀ ਦੇਹ ਵਿੱਚ ਵੜੇ ਹੋਏ ਮਛਿੰਦਰਨਾਥ ਨੂੰ ਦਿੱਤਾ, ਤੇ ਉਹਦੀ ਉੱਥੇ ਵੜੀ ਆਤਮਾ ਨੂੰ ਕੱਢ ਕੇ ਲਿਆਇਆ ਸੀ ਗੋਰਖਨਾਥ। ਤੇ ਫਿਰ ਲਿਆਣ ਕੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਮਿਲਾਪ ਕਰਵਾਇਆ, ਤੇ ਸਤਿਗੁਰਾਂ ਨੇ ਰਾਮਕਲੀ ਰਾਗ ਅੰਦਰ ਫਿਰ ਇਸ ਮਛਿੰਦਰਨਾਥ ਨੂੰ ਉਪਦੇਸ਼ ਦੇ ਕੇ ਸ਼ਬਦ ਉਚਾਰਿਆ ਸੀ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੈ ਨਹਿ ਡੋਲੇ। ਮਹਾਰਾਜ ਬੜੇ ਯਤਨ ਕੀਤੇ ਪਰ ਵਸ ਨਹੀਂ ਆਏ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅੰਗ ਬੁੱਧ ਬਾਧੇ। ਜਿਵੇਂ ਜਿਵੇਂ ਮੈਂ ਇਹ ਕਰਮ ਕੀਤੇ ਤਿਵੇਂ ਤਿਵੇਂ ਹੰਕਾਰ ਹੋਰ ਹੁੰਦਾ ਗਿਆ, ਨਹੀਂ ਛੁਟਕਾਰਾ ਹੋਇਆ ਇਹਨਾਂ ਤੋਂ। ਇਸ ਕਰਕੇ ਕਰ ਕਰ ਹਾਰਿਓ ਅਨਕ ਬਾਉ ਭਾਂਤੀ। ਇਹ ਨਹੀਂ ਵੀ ਮੈਂ ਯਤਨ ਨਹੀਂ ਕੀਤੇ, ਮੈਂ ਬੜੇ ਯਤਨ ਕਰ ਕਰਕੇ ਹਾਰ ਗਿਆ ਵਾਂ, ਥੱਕ ਗਿਆ ਵਾਂ। ਛੁੱਡ ਹੈ ਕਤਹੂ ਨਾਹੀ, ਇਹ ਨਹੀਂ ਛੱਡਦੇ ਖਹਿੜਾ ਜਿਹੜੇ ਪੰਜ ਅੰਦਰ ਵੜ ਗਏ ਨੇ। ਇਹ ਪੰਜ ਦੁਸ਼ਮਣ ਜਿਹੜੇ ਅੰਦਰ ਵੜ ਕੇ ਬਹਿ ਗਏ, ਜਿਹੜੇ ਰੋਜ਼ ਝਗੜਾ ਕਰਦੇ ਨੇ, ਲੜਾਈ ਕਰਦੇ ਨੇ ਨਾ, ਅੰਦਰੋਂ ਨਹੀਂ ਨਿਕਲਦੇ, ਨਹੀਂ ਕਾਬੂ ਆਉਂਦੇ। ਏਕ ਬਾਤ ਸੁਣ ਤਾਕੀ ਓਟਾ। ਹੁਣ ਕੀ ਹੋਇਆ? ਕਹਿਣ ਲੱਗੇ ਮੈਂ ਕਿਸੇ ਕੋਲ ਇੱਕ ਗੱਲ ਸੁਣੀ ਆ। ਕਿਹੜੀ? ਕਹਿਣ ਲੱਗੇ ਇਹ ਵਾਸ ਆਉਂਦੇ ਨੇ ਸਾਧ ਸੰਗਤ ਵਿੱਚ। ਇਸ ਕਰਕੇ ਕਹਿਣ ਲੱਗੇ ਇਹ ਤਾਂ ਏਕ ਬਾਤ ਸੁਣ ਤਾਕੀ ਓਟਾ। ਇਸ ਪਾਠ ਨੂੰ ਤਾ ਕੀ ਕਰਕੇ ਨਹੀਂ ਕਹਿਣਾ, ਪਾਠ ਦਾ ਉਚਾਰਨ ਕਰਨ ਲੱਗੇ ਇਹਨੂੰ ਕੱਸ ਕੇ ਅਧਿਕ ਬੋਲ ਕੇ ਤਾਕੀ। ਤਾਕੀ ਦਾ ਅਰਥ ਹੈ ਤੱਕੀ। ਮੈਂ ਇਸ ਪ੍ਰਕਾਰ ਇਹ ਗੱਲ ਸੁਣ ਕੇ, ਉਪਦੇਸ਼ ਸੁਣ ਕੇ ਕਿਸੇ ਕੋਲੋਂ, ਤੇ ਸਾਧ ਸੰਗਤ ਦੀ ਓਟ ਤੱਕੀ ਆ। ਭਾਵ ਕਿ ਸਾਧ ਸੰਗਤ ਦੇ ਆਸਰੇ ਆਪਣੇ ਆਪ ਨੂੰ ਆਣ ਕੇ ਸਮਰਪਿਤ ਕਰਤਾ। ਮੈਂ ਸਾਧ ਸੰਗਤ ਦੇ ਚਰਨਾਂ ਤੇ ਆਣ ਕੇ ਢਹਿ ਪਿਆ ਵਾਂ। ਇਸ ਗੱਲ ਦਾ ਭਰੋਸਾ ਆ ਕਿ ਸਾਧ ਸੰਗ ਮਿਟ ਜਾਹੀ। ਸਾਧ ਸੰਗਤ ਦੀਆਂ ਜੇ ਅਸੀਸਾਂ ਪ੍ਰਾਪਤ ਹੋ ਜਾਣ, ਤੇ ਸਾਧ ਸੰਗਤ ਦੀ ਅਸ਼ੀਰਵਾਦ ਨਾਲ, ਸਾਧ ਸੰਗਤ ਦੀ ਅਸੀਸ ਨਾਲ ਇਹ ਪੰਜ ਅੰਦਰਲੇ ਭੈੜੇ ਔਗਣ ਰੂਪ ਦੁਸ਼ਮਣ ਜਿਹੜੇ ਨੇ, ਇਹਨਾਂ ਦਾ ਬਲ ਮਿਟ ਸਕਦਾ ਆ, ਖਤਮ ਹੋ ਸਕਦਾ ਆ। ਇਹ ਆਪਣੇ ਆਪ ਨੂੰ ਜਿਹੜਾ ਮੇਰੇ ਅੰਦਰ ਬਲ ਕਰਕੇ ਮੇਰੇ ਉੱਤੇ ਆਪਣੀ ਤਾਕਤ ਵਰਤਾ ਕੇ ਮੈਨੂੰ ਪੁੱਠੇ ਬੰਨੇ ਲਾ ਰਹੇ ਸੀ, ਜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਏ ਤੇ ਫਿਰ ਇਹ ਮਿਟ ਸਕਦੇ ਨੇ। ਤੇ ਸਾਧ ਸੰਗਤ ਵਿੱਚੋਂ ਮਿਲਿਆ ਕੀ ਹੈ? ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਕਹਿਣ ਲੱਗੇ ਫਿਰ ਉਹ ਸਾਧ ਸੰਗਤ ਦੇ ਵਿੱਚੋਂ ਮੈਨੂੰ ਸੰਤ ਮਿਲੇ, ਤੁਹਾਡੇ ਵਰਗੇ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਤੁਹਾਡੇ ਵਰਗੇ ਸੰਤ ਜਿਨ੍ਹਾਂ ਨੇ ਸਵਾਸ ਸਵਾਸ ਸਿਮਰਿਆ ਹੈ। ਭਾਵ ਕਿ ਸਾਧ ਸੰਗਤ ਵਿੱਚੋਂ ਉਸ ਰੱਬ ਦੇ ਪਿਆਰੇ। ਫਿਰ ਅੱਗੇ ਵਿਆਖਿਆ ਕਰਨੀ ਹੋਵੇ ਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ ਮਹਾਂਪੁਰਖਾਂ ਨੇ ਜਦੋਂ ਇਹਦੀ ਵਿਆਖਿਆ ਕੀਤੀ ਏ, ਤੇ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਵੀ ਮੈਨੂੰ ਸੰਤ ਮਿਲੇ ਧੰਨ ਗੁਰੂ ਰਾਮਦਾਸ ਸਾਹਿਬ ਜੀ। ਤੇ ਧੰਨ ਗੁਰੂ ਰਾਮਦਾਸ ਸਾਹਿਬ ਰੂਪ ਸੰਤ ਨੇ ਮੈਨੂੰ ਦਿੱਤਾ ਕਿ ਮੈਂ ਉਹਨਾਂ ਕੋਲੋਂ ਧੀਰਜ ਲਿਆ, ਉਹਨਾਂ ਕੋਲੋਂ ਮੈਨੂੰ ਹੌਸਲਾ ਮਿਲਿਆ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਜਿਹੜਾ ਮਨ ਸੰਤਾਪ ਕਰਦਾ ਸੀ, ਮਨ ਸੜਦਾ ਸੀ, ਮਨ ਭੁੱਜਦਾ ਸੀ, ਮਨ ਅੱਗ ਦੇ ਭਾਂਬੜਾਂ ਵਿੱਚ ਮਚ ਰਿਹਾ ਸੀ, ਇਹਨੂੰ ਧੀਰਜ ਹੋ ਗਿਆ, ਕੁਝ ਠੰਡ ਪਈ, ਕੁਝ ਹੌਸਲਾ ਆਇਆ। ਤੇ ਉਹਨਾਂ ਸੰਤਾਂ ਨੇ ਦਿੱਤਾ ਕੀ ਹੈ ਜੀ? ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਮੈਨੂੰ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਰੂਪ ਸੰਤ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਰੂਪ ਸੰਤ, ਜਿਨ੍ਹਾਂ ਸਾਸ ਗਰਾਸਨਾ ਵਿਸਰੈ ਹਰਨਾਮਾ ਮਨਮੰਤ, ਧੰਨ ਸਹੀ ਨਾਨਕਾ ਪੂਰਨ ਸੋਈ ਸੰਤ। ਐਸੇ ਰੱਬ ਦੇ ਪਿਆਰਿਆਂ ਨੇ ਮੈਨੂੰ ਗੁਰੂ ਦਾ ਸ਼ਬਦ ਰੂਪੀ ਮੰਤਰ ਦਿੱਤਾ। ਫਿਰ ਇਹਦੀ ਅੱਗੇ ਹੋਰ ਵਿਆਖਿਆ ਬੜੀ ਹੋ ਸਕਦੀ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ 10ਵੀਂ ਜੋਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਲੇ ਪੰਜ ਪਿਆਰੇ ਸੰਤ, ਤੇ ਉਹਨਾਂ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਰੂਪ ਸੰਤ ਦੀ ਹਾਜ਼ਰੀ ਵਿੱਚ ਅੰਮ੍ਰਿਤ ਦੇ ਚੂਲੇ ਨਾਲ ਮੈਨੂੰ ਮੂਲ ਮੰਤਰ ਦਿੱਤਾ, ਮੈਨੂੰ ਗੁਰ ਮੰਤਰ ਵਾਹਿਗੁਰੂ ਦਾ ਜਾਪ ਦਿੱਤਾ, ਮੈਨੂੰ ਪੰਜ ਬਾਣੀਆਂ ਦੇ ਨਿਤਨੇਮ ਦੀ ਸਿੱਖਿਆ ਦਿੱਤੀ। ਇਹ ਮੰਤਰ ਦਿੱਤਾ ਮੈਨੂੰ ਗੁਰੂ ਨੇ, ਇਹ ਮੈਨੂੰ ਉਪਦੇਸ਼ ਦਿੱਤਾ ਮੇਰੇ ਗੁਰੂ ਨੇ। ਇਸ ਕਰਕੇ ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਜਦੋਂ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਇਹ ਸ਼ਬਦ ਉਪਦੇਸ਼ ਵਾਹਿਗੁਰੂ ਮੂਲ ਮੰਤਰ ਗੁਰ ਮੰਤਰ ਦਾ ਜਾਪ ਮੈਂ ਕਮਾਇਆ, ਮੈਂ ਇਹਦੀ ਕਮਾਈ ਕੀਤੀ, ਇਹਦਾ ਸਿਮਰਨ ਕੀਤਾ, ਇਹਦੀ ਭਗਤੀ ਕੀਤੀ, ਤੇ ਨਿਰਭਉ ਹੋ ਗਿਆ।
ਜਿਹਦੇ ਵਿੱਚ ਪਹਿਲੋਂ ਅਰਦਾਸ ਸੀ ਨਾ, ਰਾਖ ਪਿਤਾ ਪ੍ਰਭ ਮੇਰੇ ਸੱਚੇ ਪਾਤਸ਼ਾਹ, ਮੈਨੂੰ ਰੱਖ ਲਾ, ਮੈਨੂੰ ਬਚਾ ਲਾ, ਮੈਨੂੰ ਬਹੁਤ ਤੰਗ ਕਰਦੇ ਨੇ। ਹੁਣ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਮੈਂ ਇਹਨਾਂ ਵਿਕਾਰਾਂ ਦੀ ਤਪਸ਼ ਤੋਂ, ਮੈਂ ਇਹਨਾਂ ਵਿਕਾਰਾਂ ਦੇ ਬਲ ਤੋਂ ਨਿਰਭਉ ਹੋ ਗਿਆ। ਹੁਣ ਇਹਨਾਂ ਦਾ ਭੈ ਨਹੀਂ ਰਹਿ ਗਿਆ, ਇਹਨਾਂ ਦਾ ਡਰ ਮੁੱਕ ਗਿਆ ਮੇਰੇ ਮਨ ਅੰਦਰੋਂ। ਤੇ ਉਦੋਂ ਕੀ ਹੋਇਆ? ਫਿਰ ਕਹਿਣ ਲੱਗੇ ਜੀਤ ਲਏ ਹੋਏ ਮਹਾਂ ਬਿਖਾਦੀ। ਜਿਹੜੇ ਬਹੁਤੇ ਬਿਖਾਦੀ ਝਗੜਾਲੂ ਸਨ, ਹਰ ਵੇਲੇ ਹੀ ਅੰਦਰ ਝਗੜਾ ਪੈਦਾ ਕਰਦੇ ਸੀ, ਹਰ ਵੇਲੇ ਹੀ ਅੰਦਰ ਲੜਾਈਆਂ ਹੀ ਪੈਦਾ ਕਰਦੇ ਸੀ, ਪੁੱਠੇ ਬੰਨੇ ਹੀ ਤੋਰਦੇ ਸੀ, ਪੁੱਠੇ ਬੰਨੇ ਹੀ ਭੱਜਣ ਨੂੰ ਪ੍ਰੇਰਦੇ ਸੀ। ਹੁਣ ਉਹ ਪੰਜੇ ਜਿੱਤ ਲਏ, ਜੀਤ ਲਏ ਹੋਏ ਮਹਾਂ ਬਿਖਾਦੀ। ਹੁਣ ਇੱਥੇ ਫਿਰ ਵਿਚਾਰ ਇੱਕ ਆ ਸਕਦੀ ਵੀ ਇਹਨਾਂ ਨੂੰ ਮਾਰਨਾ ਨਹੀਂ ਆ, ਇਹਨਾਂ ਨੂੰ ਜਿੱਤਣਾ ਆ। ਜਿੱਤਣ ਦਾ ਅਰਥ ਹੈ ਇਹਨਾਂ ਨੂੰ ਕੰਟਰੋਲ ਕਰਨਾ ਆ। ਕੰਟਰੋਲ ਕਰਨ ਦਾ ਮਤਲਬ ਵੀ ਇਹ ਸਾਰੇ ਦੇ ਸਾਰੇ ਜੋ ਵਿਸ਼ੇ ਵਿਕਾਰ ਨੇ, ਇਹਨਾਂ ਨੂੰ ਕਿਸੇ ਸੀਮਤ ਦਾਇਰਾ ਦੇ ਅੰਦਰ ਵਰਤਣਾ ਆ। ਜਿਵੇਂ ਅੱਗ ਚੁੱਲ੍ਹੇ ਦੇ ਵਿੱਚ ਬਲਦੀ ਰਹੇ ਤੇ ਬਹੁਤ ਕੁਝ ਭੋਜਨ ਪਕਾਉਂਦੀ ਏ, ਪਰ ਜਦੋਂ ਚੁੱਲ੍ਹੇ ਦੇ ਉਸ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਘਰਾਂ ਦੇ ਘਰ ਨਹੀਂ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਸਾੜ ਕੇ ਤਬਾਹ ਕਰ ਦਿੰਦੀ ਏ। ਇਹ ਵਿਸ਼ੇ ਵਿਕਾਰ ਵੀ ਇਵੇਂ ਨੇ, ਜਿਵੇਂ ਜਿਵੇਂ ਯੋਗ ਨੇ, ਜਿਵੇਂ ਜਿਵੇਂ ਲੋੜ ਨੇ, ਉਸੇ ਉਸੇ ਅਨੁਸਾਰ ਇਹਨਾਂ ਨੂੰ ਦਾਇਰੇ ਵਿੱਚ ਵਰਤਣਾ ਆ, ਜਿੱਤਣਾ ਆ, ਕੰਟਰੋਲ ਕਰਨਾ ਆ। ਸੋ ਇਸ ਰੂਪ ਦੇ ਵਿੱਚ ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ ਜੀਤ ਲਏ ਹੋਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ। ਪਰ ਟੂਲ ਕਿਹੜਾ ਮਿਲਿਆ ਜੀ ਇਹਨਾਂ ਨੂੰ ਜਿੱਤਣ ਵਾਸਤੇ? ਕਿਹੜੇ ਟੂਲ ਨਾਲ ਜਿੱਤੇ ਗਏ? ਕਹਿਣ ਲੱਗੇ ਸੁੱਖ ਦੇਣ ਵਾਲੀ, ਸਹਿਜ ਦੇਣ ਵਾਲੀ ਜਿਹੜੀ ਬਾਣੀ ਆ, ਉਹਦੇ ਨਾਲ, ਬਾਣੀ ਦੇ ਪਾਠ ਨਾਲ, ਬਾਣੀ ਦੇ ਜਾਪ ਨਾਲ, ਬਾਣੀ ਦੇ ਸਿਮਰਨ ਨਾਲ। ਤੇ ਜਿਨ੍ਹਾਂ ਨੇ ਫਿਰ ਇਹ ਜਿੱਤ ਲਏ, ਉਹਨਾਂ ਦੀ ਬਾਣੀ ਵੀ ਸਹਿਜ ਸੁਹੇਲੀ ਹੋ ਗਈ। ਭਾਵ ਕਿ ਉਹਨਾਂ ਰੱਬ ਦੇ ਪਿਆਰੇ ਜਿਨ੍ਹਾਂ ਨੇ ਪੰਜੇ ਜਿੱਤ ਲਏ ਨਾ, ਆਪਣੇ ਕੰਟਰੋਲ ਕਰ ਲਏ, ਉਹਨਾਂ ਦੀ ਰਸਨਾ ਤੋਂ ਨਿਕਲੀ ਹੋਈ ਬਾਣੀ ਵੀ ਸਾਡੇ ਵਰਗੇ ਟੁੱਟਿਆਂ ਨੂੰ ਰੱਬ ਨਾਲ ਜੋੜਨ ਵਾਲੀ ਬਣ ਗਈ, ਉਹ ਵੀ ਸਹਿਜ ਸੁਹੇਲੀ ਹੋ ਗਈ। ਖੈਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਮਨ ਭਇਆ ਪ੍ਰਗਾਸਾ। ਗੁਰੂ ਨਾਨਕ ਦੇਵ ਸਾਹਿਬ ਦੇ ਪੰਜਵੇਂ ਸਰੂਪ ਕਹਿੰਦੇ ਜੇ ਹੁਣ ਮਨ ਵਿੱਚ ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ, ਚਾਨਣ ਹੋ ਗਿਆ, ਲਾਈਟ ਹੋ ਗਈ, ਲੋ ਹੋ ਗਈ, ਚਾਨਣ ਹੀ ਚਾਨਣ ਹੋ ਗਿਆ। ਕਿਹੋ ਜਿਹਾ ਚਾਨਣ ਹੈ ਜੀ? ਜਿਵੇਂ ਆਪਣੇ ਆ ਬਲਬ ਜਗਾਏ ਨੇ ਨਾ ਵਰਗਾ, ਜਾਂ ਬਾਹਰ ਸੂਰਜ ਚੜਿਆ ਉਹਦੇ ਵਰਗਾ? ਕਹਿੰਦੇ ਨੇ ਕਈ ਕੋਟ ਸੂਰ ਪ੍ਰਕਾਸ਼, ਕਰੋੜਾਂ ਕਰੋੜਾਂ ਸੂਰਜ ਵੀ ਇਕੱਠੇ ਹੋ ਕੇ ਪ੍ਰਕਾਸ਼ ਹੋ ਜਾਣ ਤੇ ਉਹਦੇ ਨਾਲੋਂ ਵੀ ਜ਼ਿਆਦਾ ਪ੍ਰਕਾਸ਼ ਹੈ ਜਿਹੜਾ ਸ਼ਬਦ ਦਾ ਪ੍ਰਕਾਸ਼। ਉਹ ਆਪਣੇ ਆਪ ਦੇ ਅੰਦਰ ਝਾਤ ਮਾਰ ਕੇ ਆਪ ਵੇਖਣਾ ਪੈਣਾ ਵੀ ਹੋਇਆ ਅਜੇ ਕੋਈ ਪ੍ਰਕਾਸ਼ ਹੋਇਆ ਕਿ ਨਹੀਂ ਹੋਇਆ। ਜੇ ਨਹੀਂ ਮੇਰੇ ਵਰਗੇ ਉਤਨਾ ਦਿਖਾਵਾ ਕਰ ਕਰਕੇ ਦੁਨੀਆ ਨੂੰ ਟਕਵਾਂਜ ਕਰ ਕਰਕੇ ਤੇ ਨਹੀਂ ਦਿਖਾਈ ਕਿ ਤੁਰੇ ਫਿਰਦੇ। ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਮਨ ਭਇਆ ਪ੍ਰਗਾਸਾ, ਮਨ ਪ੍ਰਕਾਸ਼ ਦੇ ਸਹਿਤ ਹੋ ਗਿਆ, ਮਨ ਉਸ ਗਿਆਨ ਦੀ ਲਾਈਟ ਦੇ ਸਮੇਤ ਹੋ ਗਿਆ, ਗੁਰੂ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਚਾਨਣ ਵਾਲਾ ਹੋ ਗਿਆ। ਇਸੇ ਕਰਕੇ ਤੇ ਅਸੀਂ ਕਿਹਾ ਸੀ ਕਿ ਗੁਰਬਾਣੀ ਇਸ ਜਗ ਮੈਂ ਚਾਨਣ ਪਾਇਆ ਪਦ ਨਿਰਬਾਣੀ। ਨਿਰਵਾਣ ਅੱਖਰ ਪਰਮੇਸ਼ਰ ਦਾ ਵੀ ਹੈ। ਇਹਦਾ ਅਰਥ ਇਹ ਵੀ ਕਹਿ ਸਕਦੇ ਵੀ ਉਸ ਪ੍ਰਮਾਤਮਾ ਦੀ ਜੋਤ ਵਿੱਚ ਜੋਤ ਮਿਲ ਜਾਣੀ, ਇਹ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਨਿਰਵਾਣ ਦਾ ਅਰਥ ਕੀਤਾ ਨਿਰ ਰਹਿਤ, ਬਾਣ ਦਾ ਅਰਥ ਹੈ ਆਦਤ। ਭਾਵ ਕਿ ਜਿਹੜੀਆਂ ਸਾਡੀਆਂ ਦੂਸਰੀਆਂ ਭੈੜੀਆਂ ਵਿਸ਼ੇ ਵਿਕਾਰਾਂ ਵਾਲੀਆਂ ਬਾਣ ਬਣੀਆਂ ਹੋਏ ਸੀ ਨਾ, ਆਦਤਾਂ ਬਣੀਆਂ ਸੀ, ਉਹਦੇ ਤੋਂ ਹੁਣ ਨਿਰਵਾਣ ਹੋ ਗਏ ਆ, ਰਹਿਤ ਹੋ ਗਏ ਆ। ਉਹ ਸਾਰੀਆਂ ਭੈੜੀਆਂ ਆਦਤਾਂ ਮੁੱਕ ਗਈਆਂ ਨੇ। ਐਸੀ ਨਿਰਬੰਧਨ, ਬੰਧਨਾਂ ਵਿੱਚ ਫਸੇ ਜਾਣ ਵਾਲੀ ਆਦਤ ਤੋਂ ਰਹਿਤ ਹੋ ਗਿਆ ਵਾ। ਫਿਰ ਬਾਣ ਦਾ ਅਰਥ ਦੁੱਖ ਵੀ ਕੀਤਾ ਆ, ਉਹਨਾਂ ਦੁੱਖਾਂ ਤੋਂ ਵੀ ਨਿਰਰਹਿਤ ਹੋ ਗਿਆ ਵਾ ਜਿਹੜਾ ਅਗਿਆਨ ਕਰਕੇ ਬਣੇ ਹੋਏ ਸੀ। ਉਹ ਸਾਰੇ ਦੇ ਸਾਰੇ ਦੁੱਖ ਕੱਟੇ ਗਏ ਨੇ, ਉਹਨਾਂ ਦੁੱਖਾਂ ਤੋਂ ਰਹਿਤ ਹੋ ਕਰਕੇ ਹੁਣ ਸੁੱਖ ਸਰੂਪ ਵਿੱਚ ਜਾ ਵੜਿਆ ਵਾ। ਸੁੱਖ ਸਰੂਪ ਦੇ ਵਿੱਚ ਉਹ ਸਹਿਜ ਸੁਹੇਲੀ ਬਾਣੀ ਦਾ ਪ੍ਰਕਾਸ਼ ਹੋ ਗਿਆ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਦੇ ਪੰਜਵੇਂ ਸਰੂਪ ਕਹਿੰਦੇ ਨੇ ਹੁਣ ਇੱਥੇ ਇਹ ਪ੍ਰਕਾਸ਼ ਹੈ। ਇਸ ਪ੍ਰਕਾਸ਼ ਵਿੱਚ ਜਾ ਕਰਕੇ ਇਹਨਾਂ ਵਿਕਾਰਾਂ ਤੋਂ, ਔਗੁਣਾਂ ਤੋਂ ਬਚਾਅ ਹੋਇਆ ਹੈ। ਇਹਦੇ ਉੱਤੇ ਮੈਂ ਫਿਰ ਵੀ ਪਹਿਲੋਂ ਬੇਨਤੀ ਕੀਤੀ ਸੀ ਕਿ ਜੇ ਸਾਖੀਆਂ ਹੋਰ ਇਤਿਹਾਸ ਦੇ ਪ੍ਰਮਾਣ ਵੇਖਣੇ ਹੋਣ ਤੇ ਬਹੁਤ ਹੋਰ ਸਾਖੀਆਂ ਨਾਲ ਲਾ ਕੇ ਆਪਾਂ ਪੜ੍ਹ ਸੁਣ ਸਕਦੇ ਸੀ, ਪਰ ਸਮੇਂ ਦੀ ਸੀਮਾ ਫਿਰ ਵੀ ਕਰਦਿਆਂ ਘੜੀ ਦੀ ਸੂਈ ਆਪਣੇ ਟਾਈਮ ਤੋਂ ਅੱਗੇ ਲੰਘ ਗਈ ਏ। ਕਿਰਪਾ ਕਰਨੀ ਜੀ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਅੰਮ੍ਰਿਤ ਰੂਪ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਸਾਰਿਆਂ ਨੂੰ ਹੋਵੇ। ਸਤਿਗੁਰੂ ਜੀ ਦੀ ਕਿਰਪਾਲਤਾ ਦੇ ਪਾਤਰ ਬਣ ਸਕੀਏ। ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਓ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ